किताब शहीद जसवंत सिंह खालड़ा सोच संघर्ष ते शहादत। लेखक सरदार अजमेर सिंह। आवाज़ भाई गुरजंट सिंह रूपवाली। भाग 7वां। जसवंत सिंह खालड़ा दी बौतिक प्रतिभा दीआं झलकां। नंबर 1 पंजाब समस्या। सिख भाईचारे दे भारती संघ नाल संबंधां दी समस्या। नंबर 2 चोणां बारे नज़रिया। वाहिगुरू जी का खालसा वाहिगुरू जी की फतेह। नंबर 1 पंजाब समस्या। सिख भाईचारे दे भारती संघ नाल संबंधां दी समस्या। ਇਹ ਲੇਖ ਜਸਵੰਤ ਸਿੰਘ ਖਾਲੜਾ ਨੇ ਦਸੰਬਰ 1990 ਵਿੱਚ ਲਿਖਿਆ ਸੀ। ਉਸ ਵਕਤ ਉਹ IDP ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਾਰਟੀ ਦਾ ਸੂਬਾ ਕਮੇਟੀ ਮੈਂਬਰ ਸੀ। ਇਸ ਲਿਖਤ ਵਿੱਚ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਸਮੱਸਿਆ ਬਾਰੇ IDP ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ ਸੀ। ਇਸ ਤੋਂ ਥੋੜਾ ਚਿਰ ਬਾਅਦ ਹੀ ਉਸਨੇ ਆਪਣੇ ਆਪ ਨੂੰ IDP ਨਾਲੋਂ ਅਲੱਗ ਕਰ ਲਿਆ ਸੀ। ਇਸ ਕਰਕੇ ਇਸ ਲਿਖਤ ਨੂੰ ਇਸ ਰੌਸ਼ਨੀ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। 1947 ਵਿੱਚ ਭਾਰਤੀ ਉਪ ਮਹਾਂਦੀਪ ਦਾ ਧਰਮ ਆਧਾਰਿਤ ਪੁਨਰਗਠਨ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਘਟਨਾ ਸੀ, ਜਿਸ ਨੇ ਦੁਨੀਆ ਦੇ ਉਸ ਅਜੀਬੋ ਗਰੀਬ ਖਿੱਤੇ ਨੂੰ, ਜਿੱਥੇ ਅਨੇਕਾਂ ਸੱਭਿਆਚਾਰ, ਕੌਮੀ, ਭਾਸ਼ਾਈ, ਨਸਲੀ ਤੇ ਧਾਰਮਿਕ ਖਿੱਚੋਤਾਣਾ ਮੌਜੂਦ ਸਨ, ਮੁੜ ਜਥੇਬੰਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਸੀ। ਚਾਹੇ ਕੋਈ ਹੁਣ ਕੁਝ ਵੀ ਕਹੇ, ਉਸ ਸਮੇਂ ਸਾਰੀਆਂ ਧਿਰਾਂ ਦੇ ਵੱਡੀ ਬਹੁਗਿਣਤੀ ਰਾਜਨੀਤੀਵਾਨ ਇਸ ਘਟਨਾ ਚੱਕਰ ਨੂੰ ਮੁਕਾਬਲਤਨ ਦਰੁਸਤ ਮੰਨਦੇ ਸਨ। ਬਟਵਾਰੇ ਦੇ ਵਿਚਾਰ ਵਟਾਂਦਰੇ ਦੇ ਦੌਰ ਅੰਦਰ ਇੱਕ ਛੋਟਾ ਧਾਰਮਿਕ ਗੁੱਟ ਭਾਵ ਸਿੱਖ ਭਾਈਚਾਰਾ ਦੁਬਦਾ ਦਾ ਸ਼ਿਕਾਰ ਰਿਹਾ। ਉਸ ਦੇ ਕਈ ਇੱਕ ਕਾਰਨ ਸਨ, ਜਿਨ੍ਹਾਂ ਵਿੱਚ ਭੂਗੋਲਿਕ ਖਿੱਤੇ ਦੀ ਅਸਪਸ਼ਟਤਾ ਅਤੇ ਇਸ਼ਾਵਾਂ ਤੇ ਹਕੀਕਤਾਂ ਦੇ ਜ਼ਿਆਦਾ ਅੰਤਰ ਵੀ ਸਨ। ਇਸ ਭਾਈਚਾਰੇ ਵੱਲੋਂ ਦੋਹਾਂ ਹੀ ਧਿਰਾਂ ਨਾਲ ਜੋੜ ਤੋੜ ਤੇ ਕਈ ਵਾਰਤਾਲਾਪ ਵੀ ਹੋਏ। ਪੰਜਾਬ ਅੰਦਰ ਸਿੱਖਾਂ ਦੇ ਮੁਸਲਿਮ ਭਾਈਚਾਰੇ ਨਾਲ ਇਤਿਹਾਸਕ ਤੇ ਰਾਜਨੀਤਿਕ ਤਣਾਵਾਂ ਦੀਆਂ ਯਾਦਾਂ ਤਾਜ਼ਾ ਹੋਣ ਕਰਕੇ ਉਹਨਾਂ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦੇ ਨੇੜੇ ਲਾਉਣਾ ਚੰਗਾ ਸਮਝਿਆ। ਕਾਂਗਰਸੀ ਆਗੂਆਂ ਵੱਲੋਂ ਅਕਾਲੀ ਲਹਿਰ ਨੂੰ ਆਪਣੇ ਨੇੜੇ ਲਿਆਉਣ ਲਈ ਜਵਾਹਰ ਲਾਲ ਨਹਿਰੂ ਵੱਲੋਂ ਜੈਤੋ ਦੇ ਗੁਰਦੁਆਰਾ ਮੋਰਚੇ ਵਿੱਚ ਗ੍ਰਿਫਤਾਰੀ ਦੇਣਾ ਤੇ ਚਾਬੀਆਂ ਦੇ ਮੋਰਚੇ ਨੂੰ ਮਹਾਤਮਾ ਗਾਂਧੀ ਵੱਲੋਂ ਭਾਰਤੀ ਆਜ਼ਾਦੀ ਦੀ ਪਹਿਲੀ ਜਿੱਤ ਕਰਾਰ ਦੇਣਾ ਕੁਝ ਉਦਾਹਰਣਾਂ ਹਨ। ਇਸ ਦੌਰਾਨ ਸਮੁੱਚੇ ਪੰਜਾਬ ਨੂੰ ਹੱਥੋਂ ਜਾਣੋਂ ਰੋਕਣ ਲਈ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਵਾਲੇ ਭਾਰਤ ਵਿੱਚ ਵਿਸ਼ੇਸ਼ ਖਿੱਤੇ ਦਾ ਪ੍ਰਬੰਧ ਕਰਨ ਦਾ ਭਰੋਸਾ ਦੇਣਾ ਭਾਰਤੀ ਰਾਜਨੀਤੀਵਾਨਾਂ ਵੱਲੋਂ ਉਸ ਸੌਦੇਬਾਜ਼ੀ ਦਾ ਹੀ ਇੱਕ ਹਿੱਸਾ ਸੀ ਜੋ ਸਿੱਖਾਂ ਨਾਲ ਦੋਹਾਂ ਧਿਰਾਂ ਵੱਲੋਂ ਹੋ ਰਹੀ ਸੀ। ਚਾਹੇ ਉਸ ਵੇਲੇ ਸਿੱਖਾਂ ਅੰਦਰ ਵੱਖਰਾ ਰਾਜ ਲੈਣ ਦੀਆਂ ਇਸ਼ਾਵਾਂ ਮੌਜੂਦ ਸਨ, ਪਰ ਰਾਜਨੀਤਿਕ ਮਜਬੂਰੀਆਂ ਵਸ ਉਹਨਾਂ ਵੱਲੋਂ ਅੱਧ ਮਨ ਨਾਲ ਭਾਰਤੀ ਸੰਘ ਵਿੱਚ ਵਿਸ਼ੇਸ਼ ਖਿੱਤੇ ਦੇ ਦਾਅਵੇ ਮੁਤਾਬਕ ਭਾਰਤ ਨਾਲ ਮਿਲਣ ਦਾ ਫੈਸਲਾ ਕੀਤਾ ਗਿਆ। ਜਦ ਭਾਰਤੀ ਸੰਘ ਦੇ ਪ੍ਰਸਤਾਵਿਤ ਸੰਵਿਧਾਨ 'ਚ ਇਸ ਖਿੱਤੇ ਦਾ ਜ਼ਿਕਰ ਨਾ ਆਇਆ ਤਾਂ ਸੰਵਿਧਾਨ ਘੜਨੀ ਸਭਾ ਦੇ ਅਕਾਲੀ ਮੈਂਬਰਾਂ ਨੇ ਇਸ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਨਹਿਰੂ ਦੀ ਛਲ ਕਪਟ ਦੀ ਰਾਜਨੀਤੀ ਨੇ ਸੱਤਾ ਦੇ ਵਕਤੀ ਲਾਲਚ ਵਿੱਚ ਹੁਕਮ ਸਿੰਘ, ਸਵਰਨ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਲਹਿਰ 'ਚੋਂ ਕਾਂਗਰਸ ਵਿੱਚ ਧੂ ਕੇ ਅਤੇ ਅਹੁਦੇ ਬਖਸ਼ ਕੇ ਸਿੱਖਾਂ ਦੇ ਭਾਰਤ ਨਾਲ ਜੋੜ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਆਗੂਆਂ ਵੱਲੋਂ 1947 ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਾਉਣ ਤੇ ਪੰਡਿਤ ਨਹਿਰੂ ਨੇ ਉਹਨਾਂ ਵਾਅਦਿਆਂ ਨੂੰ ਉਸ ਸਮੇਂ ਦੀ ਮਜਬੂਰੀ ਕਿਹਾ ਤੇ ਭੁੱਲ ਜਾਣ ਦੀ ਨਸੀਹਤ ਦਿੱਤੀ। ਇਸ ਤੋਂ ਬਾਅਦ ਸ਼ੁਰੂ ਹੋਇਆ ਅਕਾਲੀ ਮੋਰਚਿਆਂ ਦਾ ਮੌਜੂਦਾ ਦੌਰ। ਪੰਡਿਤ ਨਹਿਰੂ ਸਮਝਦਾ ਸੀ ਕਿ ਇਹ ਮੋਰਚਾ ਅਸਲ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਨਹੀਂ, ਸਗੋਂ ਸਿੱਖਾਂ ਦੀ ਅਲੱਗਾ ਰਾਜਨੀਤਿਕ ਹੋਂਦ ਦਾ ਪ੍ਰਗਟਾਵਾ ਕਰਨ ਦਾ ਮੋਰਚਾ ਹੈ। ਇਸੇ ਆਧਾਰ ਤੇ ਉਸ ਨੇ ਕਿਹਾ ਕਿ ਉਹ ਪੰਜਾਬੀ ਸੂਬੇ ਦੀ ਮੰਗ ਪ੍ਰਵਾਨ ਕਰਕੇ ਇੱਕ ਹੋਰ ਪਾਕਿਸਤਾਨ ਦੀ ਨੀਂਹ ਨਹੀਂ ਰੱਖਣਾ ਚਾਹੁੰਦਾ। ਸਿਰਫ ਇਸੇ ਆਧਾਰ ਉੱਪਰ ਕਾਂਗਰਸੀ ਆਗੂਆਂ ਵੱਲੋਂ ਹਿੰਦੂ ਭਾਈਚਾਰੇ ਨੂੰ ਸੁਚੇਤ ਕੀਤਾ ਕਿ ਉਹ ਦੇਸ਼ ਨੂੰ ਬਚਾਉਣ ਲਈ ਆਪਣੀ ਭਾਸ਼ਾ ਹਿੰਦੀ ਲਿਖਵਾਉਣ, ਤਾਂ ਕਿ ਇੱਥੇ ਪੰਜਾਬੀ ਸੂਬਾ ਜੋ ਉਹਨਾਂ ਮੁਤਾਬਕ ਸਿੱਖ ਸਟੇਟ ਦੀ ਬੁਨਿਆਦ ਹੋਵੇਗਾ ਨਾ ਬਣ ਸਕੇ। ਉਧਰ ਅਕਾਲੀ ਆਗੂ ਸਿੱਖ ਭਾਈਚਾਰੇ ਨੂੰ ਪੰਥ ਦੀ ਆਜ਼ਾਦੀ ਲਈ ਪੰਜਾਬੀ ਸੂਬਾ ਪਹਿਲਾ ਪੜਾਅ ਕਹਿ ਕੇ ਅਪੀਲ ਕਰਦੇ ਰਹੇ
ਅਤੇ ਅਸਿੱਧੇ ਤੌਰ ਤੇ ਸਿੱਖ ਭਾਈਚਾਰੇ ਵਿੱਚ ਪ੍ਰਚਾਰਦੇ ਵੀ ਰਹੇ ਕਿ ਉਹਨਾਂ ਦੀ ਲੜਾਈ ਅਸਲ ਵਿੱਚ ਖਾਲਸੇ ਦੀ ਆਜ਼ਾਦੀ ਦੀ ਹੀ ਲੜਾਈ ਹੈ। ਇਸ ਤਰ੍ਹਾਂ ਸਿੱਖ ਭਾਈਚਾਰੇ ਦੇ ਭਾਰਤੀ ਸੰਘ ਨਾਲ ਸੰਬੰਧ ਜੋ ਕਦੇ ਵੀ ਸਪਸ਼ਟ ਤੌਰ ਤੇ ਪਰਿਭਾਸ਼ਿਤ ਨਹੀਂ ਸਨ ਹੋ ਸਕੇ, ਫਿਰ ਤੋਂ ਖੁੱਲੀ ਬਹਿਸ ਅਧੀਨ ਆ ਪਹੁੰਚੇ। 1965 ਦੀ ਪਾਕਿਸਤਾਨ ਨਾਲ ਖਹਿ ਦੌਰਾਨ ਭਾਰਤ ਸਰਕਾਰ ਵੱਲੋਂ ਸਿੱਖ ਭਾਈਚਾਰੇ ਦਾ ਵਿਸ਼ਵਾਸ ਕਾਇਮ ਕਰਨ ਲਈ ਅਕਾਲੀ ਆਗੂ ਸੰਤ ਫਤਿਹ ਸਿੰਘ ਨਾਲ ਪੰਜਾਬੀ ਸੂਬਾ ਜੰਗ ਤੋਂ ਫੌਰਨ ਬਾਅਦ ਬਣਾਉਣ ਦਾ ਵਾਅਦਾ ਕੀਤਾ ਗਿਆ। ਇਸ ਤਰ੍ਹਾਂ ਪਾਕਿਸਤਾਨ ਨਾਲ ਤਣਾਅ ਦੇ ਫੈਕਟਰ ਨੇ ਸਿੱਖ ਭਾਈਚਾਰੇ ਦੀ ਬਹੁ ਗਿਣਤੀ ਵਾਲਾ ਇੱਕ ਰਾਜ ਸਥਾਪਿਤ ਕਰਨ ਵਿੱਚ ਹਿੱਸਾ ਪਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੀ ਹੱਦਬੰਦੀ ਧਰਮ ਆਧਾਰਿਤ ਹੋਣੀ, ਕਿਉਂਕਿ ਮਰਦਮਸ਼ੁਮਾਰੀ ਦੌਰਾਨ ਪਹਿਲਾਂ ਹੀ ਹਿੰਦੂਆਂ ਨੂੰ ਹਿੰਦੀ ਭਾਸ਼ਾ ਤੇ ਸਿੱਖਾਂ ਨੂੰ ਪੰਜਾਬੀ ਭਾਸ਼ੀ ਲਿਖਿਆ ਜਾ ਚੁੱਕਾ ਸੀ। ਅਕਾਲੀ ਲਹਿਰ ਆਪਣੇ ਰਾਜਨੀਤਿਕ ਮਿਸ਼ਨ ਦੇ ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਨੂੰ ਸ਼ੁਰੂ ਕਰਨ ਲਈ 1973 ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਾਹਮਣੇ ਲਿਆਈ। ਚਾਹੇ ਕਮਿਊਨਿਸਟ ਪ੍ਰਭਾਵ ਅਤੇ ਆਪਣੇ ਆਪ ਨੂੰ ਧਰਮ ਨਿਰਪੱਖ ਬਣਾਉਣ ਦੇ ਨਹਿਰੂ ਮਾਡਲ ਤਹਿਤ ਉਹਨਾਂ ਜਨਤਕ ਪੱਧਰ ਤੇ ਇਸ ਨੂੰ ਚੰਡੀਗੜ੍ਹ, ਦਰਿਆਈ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਕਿਹਾ। ਪੰਜਾਬੀ ਬੋਲਦੇ ਇਲਾਕਿਆਂ ਬਾਰੇ ਉਹ ਹਿਮਾਚਲ ਦੇ ਉਹ ਹਿੱਸੇ ਨਹੀਂ ਮੰਗਦੇ ਸਨ ਜਿੱਥੇ ਗੈਰ ਸਿੱਖ ਪੰਜਾਬੀ ਹੀ ਰਹਿੰਦੇ ਸਨ, ਸਗੋਂ ਅੰਬਾਲਾ ਤੇ ਗੰਗਾਨਗਰ ਦੇ ਜ਼ਿਲ੍ਹਿਆਂ ਅੰਦਰ ਵਸੇ ਸਿੱਖ ਜੱਟ ਕਿਸਾਨੀ ਦੇ ਇਲਾਕੇ ਹੀ ਮੰਗਦੇ ਸਨ। ਇਸੇ ਦੌਰਾਨ ਭਾਰਤੀ ਸੰਘ ਦਾ ਕੇਂਦਰੀਕਰਨ ਤੇ ਬ੍ਰਾਹਮਣੀਕਰਨ ਵੀ ਕਾਫੀ ਤੇਜ਼ ਹੋ ਚੁੱਕਾ ਸੀ। ਵਿਸ਼ੇਸ਼ ਖਿੱਤੇ ਵਾਲੀ ਧਾਰਾ 370 ਨੂੰ ਵੀ ਰੋਲ ਦਿੱਤਾ ਗਿਆ ਸੀ ਅਤੇ ਇਹ ਸੱਤਾ ਵਿੱਚ ਵਧੇਰੇ ਹਿੱਸਾ ਮੰਗਣ ਵਾਲੀ ਹਰੇਕ ਲਹਿਰ ਨੂੰ ਕੁਚਲਣ ਦਾ ਦੌਰ ਸੀ। ਸਾਰੀਆਂ ਭਾਰਤੀ ਕੌਮੀ ਪਾਰਟੀਆਂ ਅਕਾਲੀ ਲਹਿਰ ਨੂੰ ਸ਼ੱਕ ਦੇ ਤਹਿਤ ਦੇਖਦੀਆਂ ਸਨ ਤੇ ਕਾਂਗਰਸ ਪਾਰਟੀ ਨੂੰ ਇਸ ਅਕਾਲੀ ਲਹਿਰ ਵਿੱਚੋਂ ਇਹ ਅਕਸ ਦਿਖਾਈ ਦਿੰਦਾ ਸੀ ਕਿ ਇਹ ਆਪਣੇ ਭੁੱਲੇ ਵਿਸਰੇ ਸੁਪਨੇ ਫਿਰ ਸਾਕਾਰ ਕਰ ਸਕਦੀ ਹੈ। ਇਸ ਲਈ ਸ਼ੁਰੂ ਤੋਂ ਹੀ ਅਕਾਲੀ ਲਹਿਰ ਨੂੰ ਖਿੰਡਾਉਣ ਦੀਆਂ ਤੇ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਜ਼ੋਰਾਂ ਨਾਲ ਚੱਲਦੀਆਂ ਰਹੀਆਂ, ਪਰ ਸਭ ਕੁਝ ਖਿੰਡ ਜਾਣ ਦੇ ਬਾਅਦ ਵੀ ਪੰਥ ਖਤਰੇ ਵਿੱਚ ਹੈ ਦਾ ਹੋਕਾ ਇੱਕ ਰਾਜਨੀਤਿਕ ਲਹਿਰ ਸਥਾਪਿਤ ਕਰ ਦਿੰਦਾ ਰਿਹਾ। ਸਮੁੱਚੇ ਅਕਾਲੀ ਅੰਦੋਲਨ ਦਾ ਜੇਕਰ ਸਾਰ ਤੱਤ ਕੱਢਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਜੇਕਰ ਆਗੂਆਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਮੋਰਚਾ ਲਾਉਣ ਦੀ ਸੋਚੀ ਤਾਂ ਉਹ ਲੋਕਾਂ ਦੇ ਹੀਰੋ ਬਣ ਗਏ, ਪਰ ਜੇਕਰ ਉਹਨਾਂ ਨੇ ਭਾਰਤੀ ਰਾਜਨੀਤੀ ਦੇ ਸੰਦ ਬਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਠੁਕਰਾ ਦਿੱਤੇ ਗਏ। ਅਕਾਲੀਆਂ ਵਜੋਂ ਰਾਜ ਕਰਦੇ ਸਮੇਂ ਲੜਖੜਾਉਣਾ ਉਹਨਾਂ ਦੀ ਅਯੋਗਤਾ ਕਾਰਨ ਨਹੀਂ ਹੈ, ਸਗੋਂ ਸਿੱਖ ਭਾਈਚਾਰੇ ਅੰਦਰ ਪਈ ਇੱਕ ਭਾਵਨਾ ਕਾਰਨ ਹੈ ਜਿਸ ਅਧੀਨ ਉਹ ਚਾਹੁੰਦੇ ਹਨ ਕਿ ਆਗੂ ਪਹਿਲਾਂ ਆਜ਼ਾਦੀ ਤੇ ਜਮਹੂਰੀਅਤ ਦਾ ਨਿੱਘ ਮਾਣ ਸਕਣ ਯੋਗ ਨਿਸ਼ਾਨਾ ਪੂਰਾ ਕਰ ਲੈਣ। ਇਹ ਵੀ ਕਹਿ ਲੈਣਾ ਠੀਕ ਨਹੀਂ ਹੈ ਕਿ ਜੇਕਰ ਉਹਨਾਂ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਖੁੱਲ੍ਹਾ ਮੌਕਾ ਦਿੱਤਾ ਜਾਵੇ ਤਾਂ ਉਹ ਕਰ ਸਕਦੇ ਹਨ। ਇਸ ਦੀ ਮਿਸਾਲ 1978 ਵਿੱਚ ਲੁਧਿਆਣਾ ਅਕਾਲੀ ਕਾਨਫਰੰਸ ਹੈ, ਜਦ ਦਿੱਲੀ ਵਿੱਚ ਜਨਤਾ ਰਾਜ ਅਤੇ ਪੰਜਾਬ ਅੰਦਰ ਅਕਾਲੀ ਰਾਜ ਦੇ ਹੁੰਦਿਆਂ ਵੀ ਉਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕਰਨ ਖਾਤਰ ਆਨੰਦਪੁਰ ਸਾਹਿਬ ਦੇ ਮਤੇ ਤੇ ਜ਼ੋਰ ਦਿੱਤਾ ਸੀ। 1978 ਤੱਕ ਅਕਾਲੀ ਦਲ ਨਹਿਰੂ ਮਾਡਲ ਰਾਜਨੀਤੀ ਮੁਤਾਬਕ ਚੱਲਦਾ ਰਿਹਾ ਅਤੇ ਆਪਣੇ ਆਪ ਨੂੰ ਪੰਜਾਬੀਅਤ ਤੇ ਕਿਸਾਨੀ ਦਾ ਅਲੰਬਰਦਾਰ ਦੱਸਦਾ ਰਿਹਾ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਅਸਲ ਮਸਲੇ ਤੋਂ ਪੂਰਾ ਪਰਦਾ ਉਠਾ ਦੇਣ ਬਾਅਦ ਅਕਾਲੀ ਆਗੂਆਂ ਤੇ ਸਿੱਖ ਭਾਈਚਾਰੇ ਵਿੱਚ ਸਾਫਬੰਦੀ ਸ਼ੁਰੂ ਹੋਈ। ਆਪਣੀਆਂ ਸਥਾਪਿਤ ਸ਼ਖਸੀਅਤਾਂ ਤੇ ਜਥੇਬੰਦਕ ਤਾਣੇ ਬਾਣਿਆਂ ਸਦਕਾ ਪੁਰਾਣੀ ਲੀਡਰਸ਼ਿਪ ਸਿੱਖ ਭਾਈਚਾਰੇ ਦੇ ਰਵਾਇਤੀ ਅਕਾਲੀ ਹਿੱਸੇ ਤੇ ਆਪਣਾ ਕਾਫੀ ਪ੍ਰਭਾਵ ਬਣਾਈ ਰੱਖਣ ਵਿੱਚ ਸਫਲ ਰਹੀ, ਪਰ ਸਪਸ਼ਟ ਲਫਾਜ਼ੀ ਤਹਿਤ ਆਈਆਂ ਖਾੜਕੂ ਧਿਰਾਂ ਨੇ ਵੀ ਉਹਨਾਂ ਦਾ ਖਿੰਡਾ ਜਾਰੀ ਰੱਖਿਆ ਅਤੇ ਅਖੀਰ 1990 ਵਿੱਚ ਸਮਤੋਲ ਅਕਾਲੀ ਪੱਖ ਤੋਂ ਜਾਂਦਾ ਰਿਹਾ ਤੇ ਹੁਣ ਸਿੱਖ ਭਾਈਚਾਰੇ ਦੇ ਰਵਾਇਤੀ ਅਕਾਲੀ ਹਿੱਸੇ ਉੱਪਰ ਖਾੜਕੂ ਪਹਿਲੇ ਨੰਬਰ ਤੇ ਅਤੇ ਰਵਾਇਤੀ ਅਕਾਲੀ ਦੂਜੇ ਨੰਬਰ ਤੇ ਪ੍ਰਭਾਵੀ ਹਨ। ਮਸਲਾ 1947 ਤੋਂ 1990 ਤੱਕ ਇੱਕੋ ਹੀ ਚੱਲ ਰਿਹਾ ਹੈ। ਭਾਰਤੀ ਸੰਘ ਨਾਲ ਸਿੱਖ ਭਾਈਚਾਰੇ ਦਾ ਰਿਸ਼ਤਾ ਕੀ ਹੋਵੇ। 1947 ਵਿੱਚ ਇਹ ਆਪਸੀ ਵਿਸ਼ਵਾਸ ਉੱਤੇ ਨਿਰਭਰ ਏਕਤਾ ਸੀ ਤੇ ਉਸ ਤੋਂ ਬਾਅਦ
ਬੇਵਿਸ਼ਵਾਸੀ ਆਧਾਰਿਤ ਅਨੇਕਤਾ। ਇਸ ਦਾ ਹੱਲ ਸੋਚਦਿਆਂ ਸਾਨੂੰ ਸਿੱਖ ਭਾਈਚਾਰੇ ਅੰਦਰ ਘਰ ਘਰ ਚੁੱਕੀ ਆਪਣਾ ਰਾਜ ਦੀ ਭਾਵਨਾ ਨੂੰ ਸਾਹਮਣੇ ਰੱਖਣਾ ਪਵੇਗਾ। ਜੇਕਰ ਪਿਛਲੇ 43 ਸਾਲ ਅੰਦਰ ਭਾਰਤੀ ਰਾਜ ਸਭ ਲੋਕਾਂ ਦਾ ਰਾਜ ਬਣ ਕੇ ਦਿਖਾ ਦਿੰਦਾ ਤਾਂ ਇਸ ਭਾਵਨਾ ਦੀ ਸੰਤੁਸ਼ਟੀ ਹੋ ਸਕਦੀ ਸੀ। ਜੇਕਰ ਨਿਕਟ ਭਵਿੱਖ ਵਿੱਚ ਇਹ ਸਭ ਦਾ ਸਾਂਝਾ ਰਾਜ ਬਣ ਸਕਣ ਦੀਆਂ ਸੰਭਾਵਨਾਵਾਂ ਰੱਖਦਾ ਹੋਵੇ ਤਾਂ ਵੀ ਕੁਝ ਚਿਰ ਰੁਕਿਆ ਜਾ ਸਕਦਾ। ਪਰ ਜੇਕਰ 43 ਸਾਲਾਂ ਦੇ ਵਹਿਣ ਨੂੰ ਤੇ ਅੱਜ ਦੇ ਭਾਰਤੀ ਰਾਜਨੀਤੀ ਦੇ ਫਿਰਕੂ ਦੌਰ ਨੂੰ ਹਕੀਕਤ ਮੰਨ ਕੇ ਚੱਲੀਏ ਤਾਂ ਸਾਨੂੰ ਬਿਨਾਂ ਦੇਰ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ ਤੇ ਹੋਰ ਖੂਨ ਖਰਾਬੇ ਤੋਂ ਬਚਾਅ ਕਰਨਾ ਚਾਹੀਦਾ ਹੈ। ਅੱਜ ਇਸ ਦੇ ਅਮਨ ਪੂਰਵਕ ਹੱਲ ਲਈ ਜ਼ਰੂਰੀ ਹੈ ਕਿ ਇਹ ਮੰਨ ਲਿਆ ਜਾਵੇ ਕਿ ਭਾਰਤੀ ਸੰਘ ਨਾਲ ਸਿੱਖ ਭਾਈਚਾਰੇ ਦੇ ਸਬੰਧਾਂ ਨੂੰ ਮੁੜ ਵਿਚਾਰਨ ਤੇ ਮੁੜ ਨਿਰਧਾਰਤ ਕਰਨ ਦਾ ਮੁੱਦਾ ਸਾਡੇ ਸਾਹਮਣੇ ਹੈ। ਸਿੱਖ ਭਾਈਚਾਰਾ ਕਿਸ ਤਰ੍ਹਾਂ ਦੇ ਸਬੰਧ ਚਾਹੁੰਦਾ ਹੈ, ਇਹ ਜਾਣਨ ਦੇ ਦੋ ਤਰੀਕੇ ਹੋ ਸਕਦੇ ਹਨ। ਜਾਂ ਤਾਂ ਸਭ ਜਥੇਬੰਦੀਆਂ ਨੂੰ ਮੇਜ਼ ਤੇ ਸੱਦਿਆ ਜਾਵੇ ਤੇ ਉਹਨਾਂ ਨਾਲ ਇਹ ਮਸਲਾ ਤੈਅ ਕੀਤਾ ਜਾਵੇ, ਜਾਂ ਸਮੁੱਚੇ ਸਿੱਖ ਭਾਈਚਾਰੇ ਦੀ ਰਾਏ ਲਈ ਜਾਵੇ। ਸਮੁੱਚੇ ਸਿੱਖ ਭਾਈਚਾਰੇ ਦੀ ਰਾਏ ਇਸ ਤਰ੍ਹਾਂ ਨਾਲੋਂ ਸਿੱਖ ਜਥੇਬੰਦੀਆਂ ਦੀ ਰਾਏ ਲੈਣਾ ਸੌਖਾ ਹੈ। ਪਰ ਤਾਂ ਜੇਕਰ ਸਿੱਖ ਜਥੇਬੰਦੀਆਂ ਦੀ ਪੈਰੋਕਾਰਤਾ ਸਪਸ਼ਟ ਦਿਖਾਈ ਦਿੰਦੀ ਹੋਵੇ। ਪਰੰਤੂ ਅੱਜ 1990 ਵਿੱਚ ਸਥਿਤੀ ਇੰਨੀ ਗੁੰਝਲਦਾਰ ਹੈ ਕਿ ਸਿੱਖ ਜਥੇਬੰਦੀਆਂ ਦੀ ਹੋਂਦ ਅਤੇ ਸਮਰੱਥਾ ਅਸਪਸ਼ਟ ਹੈ ਅਤੇ ਬਹੁਤੇ ਆਗੂ ਜਿਸ ਪੋਜੀਸ਼ਨ ਵਿੱਚ 10 ਸਾਲ ਪਹਿਲਾਂ ਸਨ ਹੁਣ ਉਸ ਦੇ ਉਲਟ ਸਥਿਤੀ ਵਿੱਚ ਹਨ। ਇਸ ਲਈ ਉਹਨਾਂ ਉੱਤੇ ਨਿਰਭਰਤਾ ਨਾ ਤਾਂ ਸਿੱਖ ਭਾਈਚਾਰੇ ਅਤੇ ਨਾ ਹੀ ਭਾਰਤੀ ਸੰਘ ਲਈ ਸਾਰਥਕ ਹੈ। ਇਸ ਲਈ ਹੁਣ ਦੀਆਂ ਹਾਲਤਾਂ ਮੁਤਾਬਕ ਇਸ ਗੁੱਥੀ ਨੂੰ ਸੁਲਝਾਉਣ ਲਈ ਆਮ ਸਿੱਖ ਰਾਏ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਤੇ ਉਸ ਦਾ ਢੰਗ ਹੈ ਸਿੱਖ ਭਾਈਚਾਰੇ ਅੰਦਰ ਰਾਏ ਸ਼ੁਮਾਰੀ ਰੈਫਰੈਂਡਮ ਕਰਾਉਣਾ। ਕੁਦਰਤੀ ਭਾਰਤੀ ਕਾਨੂੰਨ ਤਹਿਤ ਸਿੱਖਾਂ ਦੀਆਂ ਅਲੱਗਾ ਵੋਟਰ ਸੂਚੀਆਂ ਵੀ ਬਣੀਆਂ ਹਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਕੰਮ ਆਉਂਦੀਆਂ ਹਨ। ਉਹਨਾਂ ਨੂੰ ਅੱਜ ਤੱਕ ਸੋਧ ਕੇ ਉਸ ਆਧਾਰ ਤੇ ਇਸ ਮੁੱਦੇ ਤੇ ਵੋਟਿੰਗ ਕਰਾਉਣੀ ਚਾਹੀਦੀ ਹੈ। ਸੰਭਾਵਤ ਤਿੰਨੇ ਵਿਕਲਪਾਂ ਨੂੰ ਸੂਬਿਆਂ ਨੂੰ ਵੱਧ ਅਧਿਕਾਰ, ਆਨੰਦਪੁਰ ਸਾਹਿਬ ਦਾ ਮਤਾ ਜਾਂ ਅੰਦਰੂਨੀ ਖੁਦਮੁਖਤਿਆਰੀ ਅਤੇ ਜਾਂ ਵੱਖਰਾ ਰਾਜ ਸਬੰਧਤ ਜਥੇਬੰਦੀਆਂ ਵੱਲੋਂ ਲੋਕਾਂ ਵਿੱਚ ਬਹਿਸ ਅਧੀਨ ਲਿਆਂਦਾ ਜਾਵੇ। ਰੇਡੀਓ ਤੇ ਟੈਲੀਵਿਜ਼ਨ ਤੇ ਤਿੰਨਾਂ ਧਿਰਾਂ ਨੂੰ ਪ੍ਰਚਾਰ ਦਾ ਸਮਾਂ ਦਿੱਤੇ ਜਾਣ ਤੋਂ ਬਾਅਦ ਆਖਰ ਵੋਟਿੰਗ ਕਰਾ ਕੇ ਫੈਸਲਾ ਲੈ ਲਿਆ ਜਾਵੇ ਤੇ ਫੈਸਲਾ ਤੁਰੰਤ ਲਾਗੂ ਕਰ ਦਿੱਤਾ ਜਾਵੇ। ਖੂਨ ਖਰਾਬੇ ਤੋਂ ਬਿਨਾਂ ਸਿਰਫ ਇਹੋ ਹੀ ਹੱਲ ਅੱਜ ਦੀਆਂ ਹਾਲਤਾਂ ਵਿੱਚ ਵੱਧ ਕਾਰਗਰ ਹੋ ਸਕਦਾ ਹੈ। ਇਸ ਹਕੀਕਤ ਨੂੰ ਸਵੀਕਾਰ ਕਰਕੇ ਇਸ ਦੇ ਅਨੁਕੂਲ ਬਣੋ, ਨਹੀਂ ਤਾਂ ਫਿਰ ਅਸਫਲਤਾ ਦਾ ਮੂੰਹ ਵੇਖੋ। ਇਹ ਭਾਰਤੀ ਲੋਕਾਂ ਸਾਹਮਣੇ ਇੱਕੋ ਇੱਕ ਬਦਲ ਹੈ। ਉਹ ਜੋ ਹਾਲਤਾਂ ਦੇ ਅਨੁਕੂਲ ਨਹੀਂ ਢਲਦੇ ਆਮ ਤੌਰ ਤੇ ਅਸਫਲ ਹੁੰਦੇ ਹਨ ਕਿਉਂਕਿ ਅਨੁਕੂਲ ਹੋਣਾ ਹੀ ਮਨੁੱਖੀ ਹੋਣ ਦਾ ਕੁਦਰਤੀ ਨੇਮ ਹੈ। ਨੰਬਰ 2, ਚੋਣਾਂ ਬਾਰੇ ਨਜ਼ਰੀਆ। ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਸਿੱਖ ਜੁਝਾਰੂ ਲਹਿਰ ਦੇ ਆਗੂਆਂ ਸਾਹਮਣੇ ਚੋਣਾਂ ਬਾਰੇ ਸਹੀ ਨਜ਼ਰੀਆ ਅਪਣਾਉਣ ਦਾ ਮਸਲਾ ਮੁੜ-ਮੁੜ ਕੇ ਪੇਸ਼ ਹੁੰਦਾ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ 25 ਜੁਲਾਈ 1985 ਨੂੰ ਨੇਪਰੇ ਚੜ੍ਹੇ ਸਮਝੌਤੇ ਅਨੁਸਾਰ ਅਗਸਤ 1985 ਵਿੱਚ ਪੰਜਾਬ ਅਸੈਂਬਲੀ ਲਈ ਚੋਣਾਂ ਹੋਈਆਂ ਸਨ। ਉਦੋਂ ਤੱਕ ਖਾੜਕੂ ਸੰਘਰਸ਼ ਦਾ ਜਥੇਬੰਦਕ ਸਰੂਪ ਉੱਭਰ ਕੇ ਸਾਹਮਣੇ ਨਹੀਂ ਆਇਆ ਸੀ। ਜਿਹੜੇ ਖਾੜਕੂ ਉਸ ਵਕਤ ਖਿੰਡਰੇ ਪੁੰਡਰੇ ਰੂਪ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੇ ਭਾਰਤੀ ਸੰਵਿਧਾਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਕਿਸੇ ਵੀ ਰੂਪ ਵਿੱਚ ਹਿੱਸਾ ਨਾ ਲੈਣ ਦੀ ਸਿਧਾਂਤਕ ਪੋਜੀਸ਼ਨ ਲੈ ਲਈ ਸੀ। ਉਸ ਤੋਂ ਬਾਅਦ ਦਸੰਬਰ 1999 ਵਿੱਚ ਜਦੋਂ ਭਾਰਤੀ ਪਾਰਲੀਮੈਂਟ ਲਈ ਚੋਣਾਂ ਹੋਈਆਂ ਤਾਂ ਉਸ ਵੇਲੇ ਖਾੜਕੂ ਸੰਘਰਸ਼ ਪੂਰੇ ਜੋਬਨ ਤੇ ਪਹੁੰਚਿਆ ਹੋਇਆ ਸੀ। ਉਸ ਵੇਲੇ ਭਾਰਤੀ ਰਾਜ ਵਿਰੁੱਧ ਹਥਿਆਰਬੰਦ ਜੰਗ ਲੜ ਰਹੀ ਕਿਸੇ ਵੀ ਖਾੜਕੂ ਜਥੇਬੰਦੀ ਜਾਂ ਧਿਰ ਨੇ ਆਪਣੇ ਵੱਲੋਂ ਚੋਣਾਂ ਵਿੱਚ ਹਿੱਸਾ ਲੈਣ ਦਾ ਰਸਮੀ ਫੈਸਲਾ ਕੋਈ ਨਹੀਂ ਸੀ ਕੀਤਾ। ਪਰ ਖਾੜਕੂ ਸੰਘਰਸ਼ ਦੇ ਹਮੈਤੀ ਸਮਝੇ ਜਾਂਦੇ ਕੁਝ ਵਿਅਕਤੀਆਂ ਜਾਂ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁਝ ਸਿੰਘਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਹੀ ਪੱਧਰ ਤੇ ਚੋਣਾਂ ਦੇ ਮੈਦਾਨ ਵਿੱਚ ਕੁੱਦਣ ਦਾ ਐਲਾਨ ਕਰ ਦਿੱਤਾ ਸੀ। ਉਸ ਵੇਲੇ ਸਾਰੀਆਂ ਹੀ ਰਵਾਇਤੀ ਰਾਜਸੀ ਪਾਰਟੀਆਂ
ਸਿੱਖ ਜਨਤਾ ਦੇ ਮਨਾਂ ਤੋਂ ਲੱਥ ਚੁੱਕੀਆਂ ਸਨ। ਖਾੜਕੂ ਸੰਘਰਸ਼ ਨੂੰ ਸਿੱਖ ਕੌਮ ਦੀ ਭਰਵੀਂ ਹਮਾਇਤ ਮਿਲ ਰਹੀ ਸੀ। ਅਜਿਹੀ ਹਾਲਤ ਵਿੱਚ ਖਾੜਕੂ ਲੀਡਰਸ਼ਿਪ ਵੱਲੋਂ ਕੋਈ ਸਪਸ਼ਟ ਪੋਜੀਸ਼ਨ ਨਾ ਲੈਣ ਕਰਕੇ ਆਮ ਸਿੱਖ ਜਨਤਾ ਚੋਣਾਂ ਅੰਦਰ ਇੱਕਦਮ ਖਾੜਕੂਆਂ ਦੇ ਹਮਾਇਤੀ ਜਾਣੇ ਜਾਂਦੇ ਉਮੀਦਵਾਰਾਂ ਦੇ ਪੱਖ ਵਿੱਚ ਉਲਰ ਪਈ ਸੀ। ਨਤੀਜੇ ਵਜੋਂ ਇਹਨਾਂ ਉਮੀਦਵਾਰਾਂ ਨੂੰ ਅਣਕਿਆਸੀ ਤੇ ਲਾਮਿਸਾਲ ਜਿੱਤ ਨਸੀਬ ਹੋ ਗਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਉਦੋਂ ਤਰਨਤਾਰਨ ਦੇ ਹਲਕੇ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। 1992 ਵਿੱਚ ਚੰਦਰ ਸ਼ੇਖਰ ਨੂੰ ਲਾਂਭੇ ਕਰਕੇ ਗੱਦੀ ਤੇ ਬਿਰਾਜਮਾਨ ਹੋਏ ਕਾਂਗਰਸ ਪਾਰਟੀ ਦੇ PV ਨਰਸਿਮਹਾ ਰਾਓ ਨੇ ਆਪਣੀ ਸਥਿਤੀ ਮਜ਼ਬੂਤ ਕਰ ਲੈਣ ਉਪਰੰਤ ਫਰਵਰੀ 1992 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਖਾੜਕੂ ਲਹਿਰ ਨੂੰ ਵਹਿਸ਼ੀ ਜ਼ਬਰ ਨਾਲ ਕੁਚਲ ਦੇਣ ਅਤੇ ਇਸ ਆਸ਼ੇ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਕਾਇਮ ਕਰਨ ਦਾ ਤਹਈਆ ਕਰ ਲਿਆ ਜਾਪਦਾ ਸੀ। ਭਾਰਤੀ ਹਾਕਮ ਕਿਸੇ ਵੀ ਹਾਲਤ ਵਿੱਚ ਪੰਜਾਬ ਅੰਦਰ ਸਿੱਖ ਖਾੜਕੂਆਂ ਜਾਂ ਉਹਨਾਂ ਦੇ ਪੱਖੀਆਂ ਦੀ ਸਰਕਾਰ ਬਣਨ ਦੀ ਆਗਿਆ ਦੇਣ ਨੂੰ ਤਿਆਰ ਨਹੀਂ ਸਨ। ਇਸ ਮੰਦ ਹੋਣੀ ਨੂੰ ਰੋਕਣ ਲਈ ਹੀ ਉਹਨਾਂ ਨੇ 1991 ਦੀਆਂ ਚੋਣਾਂ ਐਨ ਕੰਢੇ ਤੇ ਆ ਕੇ ਮੁਲਤਵੀ ਕਰ ਦਿੱਤੀਆਂ ਸਨ। ਇਸ ਦ੍ਰਿਸ਼ਟੀ ਤੋਂ ਭਾਰਤੀ ਹਾਕਮ ਫਰਵਰੀ 1992 ਦੀਆਂ ਚੋਣਾਂ ਦਾ ਬਾਈਕਾਟ ਕਰਨ ਦੇ ਖਾੜਕੂਆਂ ਦੇ ਫੈਸਲੇ ਤੇ ਢਿੱਡੋਂ ਖੁਸ਼ ਹੋਏ ਸਨ। ਭਾਈ ਜਸਵੰਤ ਸਿੰਘ ਨੇ ਚੋਣਾਂ ਬਾਰੇ ਆਪਣੇ ਵਿਚਾਰ ਕਈ ਲਿਖਤਾਂ ਵਿੱਚ ਪ੍ਰਗਟਾਏ ਸਨ। ਉਹਨਾਂ ਦੀ ਚੋਣਾਂ ਬਾਰੇ ਸਿਧਾਂਤਕ ਸਮਝ ਨੂੰ ਉੱਪਰ ਬਿਆਨੇ ਪ੍ਰਸੰਗ ਵਿੱਚ ਰੱਖ ਕੇ ਹੀ ਸਹੀ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਹੇਠਾਂ ਇਸ ਵਿਸ਼ੇ ਬਾਰੇ ਉਸ ਦੀਆਂ ਅੱਡ-ਅੱਡ ਲਿਖਤਾਂ ਵਿੱਚੋਂ ਢੁਕਵੇਂ ਹਵਾਲੇ ਪੇਸ਼ ਹਨ। 1999 ਦੀਆਂ ਚੋਣਾਂ ਲਿਬਰੇਸ਼ਨ ਖਾਲਿਸਤਾਨ ਸਾਲ 2 ਨੰਬਰ 2 ਜੂਨ 1993 ਦੇ ਅੰਕ ਵਿੱਚੋਂ 1999 ਵਿੱਚ ਜਦ ਭਾਰਤੀ ਹਾਕਮਾਂ ਵੱਲੋਂ ਪੰਜਾਬ ਵਿੱਚ ਪਾਰਲੀਮਾਨੀ ਚੋਣਾਂ ਕਰਾਈਆਂ ਗਈਆਂ ਤਾਂ ਇਸ ਵਾਰ ਦਵੱਲੀ ਖੇਡ ਚਲਾਈ ਗਈ। ਪੰਜਾਬ ਦੇ ਗਵਰਨਰ ਸਿਧਾਰਥ ਸ਼ੰਕਰ ਰੇ ਦੀ ਸਕੀਮ ਮੁਤਾਬਕ ਇੱਕ ਪਾਸੇ ਅਕਾਲੀ ਲੀਡਰਸ਼ਿਪ ਨੂੰ ਪਰੇਸ਼ਾਨ ਕਰਨ ਲਈ ਤੇ ਦੂਜੇ ਪਾਸੇ ਖਾੜਕੂ ਨੌਜਵਾਨਾਂ ਵਿੱਚ ਪਾਰਲੀਮਾਨੀ ਖਿੱਚ ਪੈਦਾ ਕਰਨ ਦੇ ਮਨਸ਼ੇ ਨਾਲ ਐਸਾ ਮਾਹੌਲ ਪੈਦਾ ਹੋਣ ਦਿੱਤਾ ਗਿਆ ਜਿਸ ਨਾਲ ਰਾਜਨੀਤਿਕ ਅਰਾਜਕਤਾ ਨੇ ਸਿੱਖ ਕੌਮ ਨੂੰ ਫਿਰ ਆ ਘੇਰਿਆ। ਹਾਂ, ਪੱਖੀ ਨਤੀਜਾ ਇਹ ਨਿਕਲਿਆ ਕਿ ਅਕਾਲੀ ਗੁੱਠੇ ਲੱਗ ਗਏ, ਪਰ ਨਾ ਪੱਖੀ ਨਤੀਜਾ ਇਹ ਨਿਕਲਿਆ ਕਿ ਲੀਡਰਸ਼ਿਪ ਦਾ ਖਲਾ ਪੈਦਾ ਹੋ ਗਿਆ। ਖਾੜਕੂ ਧਿਰਾਂ ਨੇ ਚੋਣਾਂ ਵਿੱਚ ਹਿੱਸਾ ਨਹੀਂ ਸੀ ਲਿਆ, ਪਰ ਉਹਨਾਂ ਨੇ ਆਪਣੇ ਸਮਰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ। ਸਿੱਖ ਕੌਮ ਰਵਾਇਤੀ ਲੀਡਰਸ਼ਿਪ ਤੋਂ ਉਕਤਾ ਗਈ ਸੀ। ਸਿੱਖਾਂ ਨੇ ਰਵਾਇਤੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਾਰ ਦਿੱਤੀ, ਪਰ ਬਦਲਵੀਂ ਰਾਜਸੀ ਲੀਡਰਸ਼ਿਪ ਉਸ ਵਕਤ ਸਟੇਜ ਤੇ ਹਾਜ਼ਰ ਨਹੀਂ ਸੀ। ਖਾੜਕੂ ਸਮਝਦੇ ਸਨ ਅਸੀਂ ਬਦਲਵੇਂ ਲੀਡਰ ਹਾਂ, ਪਰ ਉਮੀਦਵਾਰ ਸਮਝਦੇ ਸਨ ਉਹ ਪੰਥ ਦੇ ਬੁਲਾਰੇ ਹਨ। ਨਵਾਂ ਉੱਭਰਿਆ ਸਾਂਝਾ ਅਕਾਲੀ ਦਲ ਅਸਲ ਵਿੱਚ ਕੋਈ ਸਾਂਝਾ ਦਲ ਹੈ ਹੀ ਨਹੀਂ ਸੀ। ਉਧਰ ਇੱਕ ਫੈਡਰੇਸ਼ਨ ਦੀ ਲੀਡਰਸ਼ਿਪ ਇਹ ਸਿਰਾ ਆਪਣੇ ਸਿਰ ਬੰਨ ਬੈਠੀ ਸੀ, ਪਰ ਬਿਨਾਂ ਸ਼ੱਕ ਖਾੜਕੂ ਧਿਰਾਂ ਦਾ ਸਿੱਕਾ ਸਿੱਖ ਸਿਆਸਤ ਤੇ ਚੱਲਦਾ ਸੀ ਤੇ ਰਵਾਇਤੀ ਅਕਾਲੀ ਆਗੂਆਂ ਦੇ ਮੁਕਾਬਲੇ ਉਹੀ ਬਦਲਵੀਂ ਧਿਰ ਸਨ। ਪ੍ਰੈਸ ਮੀਡੀਏ ਤੇ ਵੋਟ ਚੋਣ ਮੇਲਿਆਂ ਨੇ ਖਾੜਕੂਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਜ਼ਿਆਦਾ ਪ੍ਰਭਾਵਿਤ ਹੋਏ ਉਹਨਾਂ ਦੇ ਗੈਰ ਖਾੜਕੂ ਸਮਰਥਕ। ਕਈ ਹੱਥ ਮਲਦੇ ਰਹਿ ਗਏ ਕਿ ਕਿਤੇ ਟਿਕਟ ਉਹ ਲੈ ਲੈਂਦੇ ਤਾਂ ਅਖਬਾਰ ਵਿੱਚ ਫੋਟੋ ਉਹਨਾਂ ਦੀ ਆਉਂਦੀ। 1999 ਦੀ ਇਸ ਚੋਣ ਨੇ ਖਾੜਕੂਆਂ ਦੁਆਲੇ ਅਜਿਹੇ ਰਾਜਨੀਤਿਕਾਂ ਦੇ ਝੁਰਮਟ ਪੈਦਾ ਕਰ ਦਿੱਤੇ ਜੋ ਸੰਭਾਵਿਤ ਅਸੈਂਬਲੀ ਚੋਣਾਂ ਵਿੱਚ ਇਸ ਲਹਿਰ ਦਾ ਲਾਹਾ ਲੈ ਕੇ ਵਜ਼ਾਰਤਾਂ ਬਣਾਉਣ ਦੇ ਚਾਹਵਾਨ ਸਨ। ਦਿੱਲੀ ਤੋਂ ਇਸ਼ਾਰੇ ਮਿਲਣ ਲੱਗ ਪਏ ਕਿ ਖਾੜਕੂ ਪਾਰਲੀਮਾਨੀ ਰਾਹ ਦੇ ਪ੍ਰਭਾਵ ਨੂੰ ਕਬੂਲ ਚੁੱਕੇ ਹਨ, ਇਸ ਲਈ ਭਾਰਤ ਚਾਹੁੰਦਾ ਹੈ ਕਿ ਉਹਨਾਂ ਦੇ ਕਿਸੇ ਹਿੱਸੇ ਨੂੰ ਗੱਲਬਾਤ ਵਿੱਚ ਲਿਆਂਦਾ ਜਾਵੇ ਤੇ ਚੋਣਾਂ ਕਰਾ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਤੇ ਉਹਨਾਂ ਦੇ ਹੱਥੀਂ ਇੱਥੇ ਸ਼ਾਂਤੀ ਸਥਾਪਿਤ ਕਰਾਈ ਜਾਵੇ। ਇਸ ਤੋਂ ਪੰਜਾਬ ਦੇ ਸਿੱਖ ਕਾਂਗਰਸੀ ਵੀ ਬਹੁਤ ਪ੍ਰਭਾਵਿਤ ਹੋਏ। ਉਹਨਾਂ ਇਸ ਖੇਡ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਤੇ ਨਾਮੀ ਖਾੜਕੂ ਲੀਡਰਾਂ ਨੂੰ ਪਨਾਹ ਤੇ ਸੁਰੱਖਿਆ ਮੁਹੱਈਆ ਕਰਨ ਲੱਗ ਪਏ। ਇੱਕ ਅਜੀਬ ਰਾਜਨੀਤਿਕ ਸਥਿਤੀ ਪੈਦਾ ਹੋ ਚੁੱਕੀ ਸੀ। ਇੱਕ ਪਾਸੇ ਆਪਣੀ ਜਾਨ ਹਥੇਲੀ ਤੇ ਰੱਖ ਕੇ
ਕੁਰਬਾਨੀ ਕਰਨ ਵਾਲੇ ਖਾੜਕੂ ਸਨ ਤੇ ਦੂਜੇ ਪਾਸੇ ਪੰਜਾਬ ਵਜ਼ਾਰਤ ਬਣਾਉਣ ਦੇ ਚਾਹਵਾਨ ਰਾਜਨੀਤਿਕ ਅਨਸਰ ਸਨ ਜੋ ਪੂਰੀ ਸਰਗਰਮੀ ਨਾਲ ਖਾੜਕੂਆਂ ਦੇ ਅੱਗੇ ਪਿੱਛੇ ਘੁੰਮ ਰਹੇ ਸਨ। ਖਾਸ ਗੱਲ ਇਹ ਸੀ ਕਿ ਹਿੰਦੂ ਸਿਆਸੀ ਵਰਕਰ ਵੀ ਲਾਹਾ ਲੈਣ ਲਈ ਖਾੜਕੂਆਂ ਦੇ ਉੱਘੇ ਸਮਰਥਕਾਂ ਵਜੋਂ ਉੱਭਰ ਰਹੇ ਸਨ। ਉਧਰ ਅਕਾਲੀ ਦਲ ਮਾਨ ਬਾਬਾ ਜੋਗਿੰਦਰ ਸਿੰਘ ਤੇ ਮਨਜੀਤ ਸਿੰਘ ਦੀ ਫਾਊਂਡੇਸ਼ਨ ਆਗਾਮੀ ਚੋਣਾਂ ਜਿੱਤਣ ਲਈ ਪੂਰੀ ਤਿਆਰੀ ਵਿੱਚ ਸਨ ਤੇ ਉਹਨਾਂ ਦਾ ਆਪਣਾ ਭੇੜ ਇੱਕ ਦੂਜੇ ਤੋਂ ਵਜ਼ਾਰਤ ਖੋਹਣ ਦਾ ਬਣਿਆ ਹੋਇਆ ਸੀ। ਪੰਜਾਬ ਦੇ ਕਾਂਗਰਸੀ ਕੁਝ ਖਾੜਕੂ ਧਿਰਾਂ ਦਾ ਸਮਰਥਨ ਲੈ ਕੇ ਅੱਗੇ ਆਉਣ ਲਈ ਪੂਰੀ ਤਿਆਰੀ ਵਿੱਚ ਸਨ। ਰਵਾਇਤੀ ਅਕਾਲੀ ਆਗੂ ਸਮਝ ਚੁੱਕੇ ਸਨ ਕਿ ਸਮਤੋਲ ਖਾੜਕੂਆਂ ਦੇ ਹੱਥ ਵਿੱਚ ਹੈ, ਇਸ ਲਈ ਉਹ ਵੀ ਆਪਣੀ ਬੋਲੀ ਬਦਲ ਕੇ ਖਾੜਕੂ ਪੱਖੀਆਂ ਵਜੋਂ ਪੇਸ਼ ਹੋਣ ਲੱਗ ਪਏ। ਦਿੱਲੀ ਸਰਕਾਰ ਵੱਲੋਂ ਅਸੈਂਬਲੀ ਚੋਣਾਂ ਦੀ ਕੁੱਤੇ ਝਾਕ ਦਾ ਮਾਹੌਲ ਜਿਉਂ-ਜਿਉਂ ਲੰਮਾ ਹੁੰਦਾ ਗਿਆ, ਵੱਖ-ਵੱਖ ਰਾਜਨੀਤਿਕ ਹਿੱਤਾਂ ਵਾਲੇ ਅਨਸਰਾਂ ਨੇ ਖਾੜਕੂ ਜਥੇਬੰਦੀਆਂ ਨਾਲ ਸੰਪਰਕ ਵਧਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਸਮਲ ਨੇ ਖਾੜਕੂਆਂ ਨੂੰ ਇੱਕ ਨਵੇਂ ਰੋਲ ਵਿੱਚ ਪਾ ਦਿੱਤਾ। ਉਹ ਕਿੰਗ ਬਣਨ ਦੀ ਥਾਂ ਕਿੰਗ ਮੇਕਰ ਬਣਨ ਵਿੱਚ ਆਨੰਦ ਲੈਣ ਲੱਗ ਪਏ। ਉਹ ਕਦੇ ਕਿਸੇ ਜਥੇਬੰਦੀ ਨੂੰ ਮਾਨਤਾ ਦਿੰਦੇ ਤੇ ਕਦੇ ਕਿਸੇ ਤੋਂ ਵਾਪਸ ਲੈ ਲੈਂਦੇ। ਵੱਖੋ ਵੱਖਰੀਆਂ ਧਿਰਾਂ ਇੱਕ ਦੂਜੇ ਨੂੰ ਗੁੱਠੇ ਲਾਉਣ ਲਈ ਇਹਨਾਂ ਨੂੰ ਲਗਾਤਾਰ ਵਰਤਣ ਲੱਗ ਪਈਆਂ। ਆਉਣ ਵਾਲੀ ਸਿਆਸਤ ਵਿੱਚ ਥਾਂ ਬਣਾਉਣ ਲਈ ਕਈ ਸਲਾਹਕਾਰ ਵੀ ਆਪਣੀਆਂ ਕਲਮਾਂ ਤੇ ਮਸ਼ਵਰਿਆਂ ਸਮੇਤ ਹਾਜ਼ਰ ਹੋ ਗਏ। ਦਿੱਲੀ ਨੂੰ ਇਹ ਕੰਮ ਕਾਫੀ ਰਾਸ ਆਇਆ। ਉਹਨਾਂ ਚੋਣਾਂ ਤੋਂ ਪਹਿਲਾਂ ਗੱਲਬਾਤ ਦਾ ਚੋਗਾ ਸੁੱਟਿਆ ਤੇ ਦਿੱਲੀ ਵੱਲ ਨੂੰ ਦੌੜਾਂ ਲੱਗ ਪਈਆਂ। ਹਰ ਕੋਈ ਖਾੜਕੂਆਂ ਦੀ ਸਹਿਮਤੀ ਦਿਖਾ ਕੇ ਗੱਲਬਾਤ ਲਈ ਜਾਂਦਾ, ਪਰ ਕੋਈ ਦੂਜੀ ਖਾੜਕੂ ਧਿਰ ਠਿੱਬੀ ਮਾਰ ਦਿੰਦੀ। ਮਾਨ ਦਲ ਇੱਕ ਮੁੱਖ ਪਾਰਲੀਮਾਨੀ ਧਿਰ ਬਣ ਕੇ ਉੱਭਰੀ। ਰਵਾਇਤੀ ਅਕਾਲੀ ਆਗੂਆਂ ਨੇ ਮਾਨ ਨੂੰ ਅਜਮਾਇਸ਼ ਵਿੱਚ ਪਾ ਕੇ ਦਿੱਲੀ ਨੂੰ ਤੋੜ ਦਿੱਤਾ। ਕੁਦਰਤੀ ਸਿੱਟੇ ਜੋ ਨਿਕਲਣੇ ਸੀ ਉਹ ਨਿਕਲੇ ਤੇ ਬਾਕੀਆਂ ਨੇ ਤਾੜੀ ਮਾਰ ਦਿੱਤੀ। ਅਖੀਰ 1991 ਦੀਆਂ ਚੋਣਾਂ ਦਾ ਐਲਾਨ ਹੋਇਆ। ਸਿੱਖ ਰਾਜਨੀਤੀ ਵਿੱਚ 1999 ਵਿੱਚ ਬੀਜੀ ਅਰਾਜਕਤਾ ਦੀ ਫਸਲ ਨੇ ਆਪਣਾ ਰੰਗ ਦਿਖਾਇਆ। ਖਾੜਕੂ ਆਪਣੀ ਆਗੂ ਹਸਤੀ ਨੂੰ ਇੱਕ ਸਹਾਇਕ ਰੋਲ ਤੱਕ ਸੀਮਿਤ ਕਰ ਚੁੱਕੇ ਸਨ। ਹੁਣ ਉਹ ਕਿਸੇ ਨਾ ਕਿਸੇ ਦੀ ਮਦਦ ਕਰਨ ਦੀ ਖੇਡ ਵਿੱਚ ਫਸ ਗਏ। ਕਾਂਗਰਸ ਪਾਰਟੀ ਵੱਲੋਂ ਬਾਈਕਾਟ ਦੇ ਐਲਾਨ ਬਾਅਦ ਉੱਘੇ ਕਾਂਗਰਸੀ ਕੁਝ ਖਾੜਕੂਆਂ ਦੇ ਸਮਰਥਨ ਨਾਲ ਚੋਣ ਵਿੱਚ ਉਤਰੇ। ਮਾਨ ਦਲ ਵੱਲੋਂ ਵੱਖ-ਵੱਖ ਖਾੜਕੂ ਧਿਰਾਂ ਦੇ ਉਮੀਦਵਾਰਾਂ ਦੀ ਗਿਣਤੀ ਨੂੰ ਐਡਜਸਟ ਕਰਨ ਦੀ ਸਮਰੱਥਾ ਨੇ ਕੁਝ ਖਾੜਕੂ ਧਿਰਾਂ ਵੱਲੋਂ ਬਾਈਕਾਟ ਦੀ ਲਾਈਨ ਲੈਣ ਦਾ ਰਾਹ ਪੱਧਰਾ ਕੀਤਾ। ਭਾਈ ਮਨਜੀਤ ਸਿੰਘ ਵੱਲੋਂ ਦੂਸਰੇ ਗਰੁੱਪਾਂ ਨੂੰ ਹੂੰਜਾ ਦੇਣ ਦੀ ਲਾਲਸਾ ਤਹਿਤ ਬਾਬਾ ਮਾਣੋ ਚਾਲ ਦਾ ਸਮਰਥਨ ਹਾਸਲ ਕੀਤਾ ਗਿਆ। ਸਿੱਖ ਉਮੀਦਵਾਰਾਂ ਵੱਲੋਂ ਇੱਕ ਦੂਜੇ ਨੂੰ ਮਨਾਉਣ ਲਈ ਖਾੜਕੂਆਂ ਦਾ ਸਾਥ ਲੈਣ ਲਈ ਹੱਥ ਪੈਰ ਮਾਰੇ ਗਏ। ਬਾਈਕਾਟ ਦੀ ਲਾਈਨ ਵਾਲੀਆਂ ਧਿਰਾਂ ਨੇ ਜਿਵੇਂ 1992 ਦੀਆਂ ਚੋਣਾਂ ਵਿੱਚ ਬਾਈਕਾਟ ਕਰਵਾਇਆ, ਪਤਾ ਨਹੀਂ 1991 ਵਿੱਚ ਇਹ ਕੋਸ਼ਿਸ਼ ਇਸ ਪੱਧਰ ਤੇ ਕਿਉਂ ਨਹੀਂ ਕੀਤੀ ਗਈ। ਇਹਨਾਂ ਚੋਣਾਂ 1991 ਤੇ 1992 ਵਿਚਕਾਰਲੇ ਵਕਫੇ ਦੌਰਾਨ ਖਾੜਕੂ ਧਿਰਾਂ ਦੇ ਅਮਲ ਨੇ ਉਹਨਾਂ ਦੀ ਭਰੋਸੇਯੋਗਤਾ ਤੇ ਸੱਟ ਮਾਰੀ। 1991 ਤੱਕ ਸਿੱਖ ਰਾਜਨੀਤੀ ਅੰਦਰ ਦਾਬੇ ਵਾਲੀ ਪ੍ਰਮੁੱਖਤਾ ਹਾਸਲ ਕਰ ਚੁੱਕੀ ਖਾੜਕੂ ਲਹਿਰ ਆਪਣਾ ਰਾਜਨੀਤਿਕ ਮਹੱਤਵ ਆਪ ਹੀ ਘਟਾ ਚੁੱਕੀ ਸੀ ਤੇ ਜੇਕਰ ਇਹ ਚੋਣਾਂ ਹੋ ਜਾਂਦੀਆਂ ਤਾਂ ਉਹਨਾਂ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਜੋ ਨਕਸ਼ਾ ਪੇਸ਼ ਕਰਨਾ ਸੀ ਉਹ ਸ਼ਾਇਦ ਤਸਵੀਰ ਨੂੰ ਹੋਰ ਵੀ ਵਿਗਾੜ ਦਿੰਦਾ। ਚੋਣਾਂ ਰੱਦ ਹੋਈਆਂ ਤਾਂ ਨਵੇਂ ਸਿਰਿਓਂ ਨਵੀਆਂ ਚੋਣਾਂ ਲਈ ਕਤਾਰਬੰਦੀਆਂ ਸ਼ੁਰੂ ਹੋਈਆਂ। ਉਧਰ ਦਿੱਲੀ ਦਰਬਾਰ ਨੇ ਲਾਈਨ ਬਦਲ ਲਈ ਸੀ। ਇਸ ਦੇ ਸੰਕੇਤ ਰਵਾਇਤੀ ਆਗੂਆਂ ਨੂੰ ਮਿਲ ਚੁੱਕੇ ਸਨ। ਉਹ ਵੀ ਬਦਲਾ ਲੈਣਾ ਚਾਹੁੰਦੇ ਸਨ। ਖਾੜਕੂ ਆਪਣੇ ਮਿੱਤਰਾਂ ਦਾ ਘੇਰਾ ਤੋੜ ਕੇ ਹਰ ਪਾਸੇ ਵਿਰੋਧ ਖੜੇ ਕਰ ਚੁੱਕੇ ਸਨ ਤੇ ਸਮਾਜ ਵਿਰੋਧੀ ਅਨਸਰਾਂ ਦੀ ਉਹਨਾਂ ਦੀਆਂ ਸਫਾਂ ਅੰਦਰ ਭਰਮਾਰ ਹੋ ਗਈ ਸੀ। ਨਵੀਆਂ ਚੋਣਾਂ 1992 ਦਾ ਐਲਾਨ ਹੋਇਆ। ਰਵਾਇਤੀ ਅਕਾਲੀ ਆਗੂਆਂ ਨੇ ਬਾਈਕਾਟ ਦਾ ਨਾਅਰਾ ਦੇ ਕੇ ਖਾੜਕੂਆਂ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ, ਜੋ ਕਿ ਇਹ ਚੋਣਾਂ ਲੜਨ ਦੀ ਪੂਰੀ ਤਿਆਰੀ ਵਿੱਚ ਸਨ। ਅਖੀਰ ਵੇਖੋ ਵੇਖੀ ਬਾਈਕਾਟ ਦਾ ਨਾਅਰਾ ਜ਼ੋਰ ਫੜਦਾ ਗਿਆ ਅਤੇ ਇੱਕ ਦੋ ਆਗੂਆਂ ਨੇ ਰਵਾਇਤੀ ਆਗੂਆਂ ਦੇ ਇਸ਼ਾਰੇ ਤੇ ਧਮਕੀ ਨਾਲ ਵੀ ਬਾਈਕਾਟ ਲਈ ਮਨਾ ਲਿਆ ਗਿਆ। ਕੌਮੀ ਇਕਜੁੱਟਤਾ ਦਿਖਾਉਂਦੇ ਹੋਏ ਇਸ ਪਹਿਲੇ ਪੈਂਤੜੇ ਤੇ ਸਿੱਖ ਵੋਟਰਾਂ ਨੇ ਇਕਮੁੱਠ ਹੋ ਕੇ ਫੁੱਲ ਚੜਾਏ। 1992 ਦੀਆਂ ਚੋਣਾਂ। ਇਹ ਲੇਖ 1992 ਦੀਆਂ ਚੋਣਾਂ ਮੌਕੇ
ਭਾਈ ਜਸਵੰਤ ਸਿੰਘ ਖਾਲੜਾ ਨੇ ਲਿਬਰੇਸ਼ਨ ਖਾਲਿਸਤਾਨ ਦੇ ਫਰਵਰੀ ਦੇ ਅੰਕ ਵਿੱਚ ਚੋਣਾਂ ਦੀ ਖੇਡ ਖੇਡੀ ਜਾਵੇ ਜਾਂ ਨਾ ਦੇ ਦਿਲਕਸ਼ ਸਿਰਲੇਖ ਹੇਠ ਲਿਖਿਆ ਸੀ। ਪੂਰਬੀ ਪੰਜਾਬ ਵਿੱਚ ਚੋਣਾਂ ਦੇ ਮੁੜ ਐਲਾਨ ਨੇ ਸਿੱਖ ਹਲਕਿਆਂ ਵਿੱਚ ਇਹ ਬਹਿਸ ਮੁੜ ਛੇੜ ਦਿੱਤੀ ਹੈ। ਲਗਭਗ ਹਰ ਜਥੇਬੰਦੀ ਇਸ ਦੇ ਹੱਕ ਜਾਂ ਵਿਰੋਧ ਵਿੱਚ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਆਪੋ ਆਪਣਾ ਰੋਲ ਨਿਰਧਾਰਤ ਕਰ ਰਹੀ ਹੈ। ਕੋਈ ਵੀ ਸਿੱਖ ਜਥੇਬੰਦੀ ਅਜੇ ਤੱਕ ਚੋਣਾਂ ਦੇ ਰਾਹ ਨੂੰ ਖਾਲਿਸਤਾਨ ਦੀ ਮੁਕਤੀ ਦਾ ਰਾਹ ਤਾਂ ਨਹੀਂ ਕਰਾਰ ਦੇ ਸਕੀ, ਪਰ ਅਨੇਕਾਂ ਹੀ ਇਸ ਨੂੰ ਮੁਕਤੀ ਲਈ ਸਹਾਈ ਕਰਾਰ ਦੇ ਕੇ ਇਸ ਦੀ ਵਕਾਲਤ ਵਿੱਚ ਰੁੱਝੀਆਂ ਨਜ਼ਰ ਆ ਰਹੀਆਂ ਹਨ। ਚੋਣ ਦਾ ਸ਼ਬਦੀ ਅਰਥ ਤਾਂ ਇਹੋ ਹੁੰਦਾ ਹੈ ਕਿ ਤੁਸੀਂ ਦਿੱਤੀਆਂ ਹਾਲਤਾਂ ਤੇ ਲਾਈਆਂ ਗਈਆਂ ਸ਼ਰਤਾਂ ਦੇ ਵਿੱਚ ਰਹਿੰਦਿਆਂ ਇੱਕ ਸੀਮਤ ਕਾਰਜ ਵਾਸਤੇ ਆਪਣੇ ਨੁਮਾਇੰਦਿਆਂ ਦੀ ਚੋਣ ਕਰੋ ਅਤੇ ਇਸੇ ਹੀ ਤਰ੍ਹਾਂ ਅੱਜ ਜੋ ਚੋਣ ਸਾਡੇ ਵਿਚਾਰ ਗੋਚਰੇ ਹੈ ਉਹ ਇੱਕ ਵਿਸ਼ੇਸ਼ ਹਾਲਤ ਵਿੱਚ ਅਤੇ ਇੱਕ ਵਿਸ਼ੇਸ਼ ਮਕਸਦ ਵਾਸਤੇ ਵਿਸ਼ੇਸ਼ ਸ਼ਰਤਾਂ ਤਹਿਤ ਹੋ ਰਹੀ ਹੈ। ਇਸ ਲਈ ਸਾਨੂੰ ਇਸ ਸਾਰੇ ਮਸਲੇ ਬਾਰੇ ਸਪਸ਼ਟ ਹੋ ਕੇ ਹੀ ਸਿੱਟੇ ਤੇ ਪਹੁੰਚਣਾ ਚਾਹੀਦਾ ਹੈ। ਹਾਲਤ ਇਹ ਹੈ ਕਿ ਸਿੱਖ ਕੌਮ ਨੇ ਆਪਣੀ ਆਜ਼ਾਦੀ ਦਾ ਸੰਘਰਸ਼ ਬਕਾਇਦਾ ਤੌਰ ਤੇ ਛੇੜਿਆ ਹੋਇਆ ਹੈ। ਉਧਰ ਹਿੰਦੂ ਭਾਰਤੀ ਰਾਜ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਂ ਤੇ ਸਿੱਖਾਂ ਵਿਰੁੱਧ ਹਥਿਆਰਬੰਦ ਲੜਾਈ ਚਲਾਈ ਹੋਈ ਹੈ। 50,000 ਤੋਂ ਵੱਧ ਆਜ਼ਾਦੀ ਦੇ ਪਰਵਾਨੇ ਖਾਲਿਸਤਾਨ ਦੇ ਮੁੱਦੇ ਤੇ ਕੁਰਬਾਨੀਆਂ ਕਰ ਚੁੱਕੇ ਹਨ। 50,000 ਦੇ ਕਰੀਬ ਖਾਲਿਸਤਾਨੀ ਹੀਰੇ ਸਾਲਾਂ ਤੋਂ ਜੇਲ੍ਹਾਂ ਵਿੱਚ ਰੁਲ ਰਹੇ ਹਨ। ਅਨੇਕਾਂ ਫਾਂਸੀ ਦੇ ਰੱਸਿਆਂ ਨੂੰ ਚੁੰਮਣ ਦੀ ਇੰਤਜ਼ਾਰ ਵਿੱਚ ਹਨ ਅਤੇ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਸਰਾਭੇ ਤੇ ਭਗਤ ਸਿੰਘ ਤੋਂ ਵੀ ਅਗਾਂਹ ਲੰਘ ਚੁੱਕੇ ਹਨ। 5 ਲੱਖ ਤੋਂ ਵੱਧ ਭਾਰਤੀ ਫੌਜ ਅਤੇ ਇਸ ਤੋਂ ਵੀ ਵੱਧ ਸੁਰੱਖਿਆ ਕਰਮੀ ਰਾਤ ਦਿਨ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਿੱਚ ਲੱਗੇ ਹੋਏ ਹਨ। ਦੁਨੀਆ ਭਰ ਦੇ ਕਾਲੇ ਕਾਨੂੰਨਾਂ ਤੋਂ ਵੀ ਕਾਲੇ ਕਾਨੂੰਨਾਂ ਦਾ ਸਾਡੀ ਕੌਮ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਹਾਲਤਾਂ ਵਿੱਚ ਬਾਹਰਲੀ ਦੁਨੀਆ ਦੇ ਅੱਖੀਂ ਘੱਟਾ ਪਾਉਣ ਦੀ ਖਾਤਰ ਭਾਰਤੀ ਚਾਣਕਿਆ ਨੇ ਚੋਣਾਂ ਦਾ ਇੱਕ ਫਰੇਬੀ ਢੌਂਗ ਰਚਿਆ ਹੈ ਤੇ ਹੁਣ ਸਾਡਾ ਇਹ ਕੰਮ ਹੈ ਕਿ ਇਸ ਰਾਜਨੀਤਿਕ ਮੋਹਰੇ ਦਾ ਕਿਵੇਂ ਮੁਕਾਬਲਾ ਕੀਤਾ ਜਾਵੇ। ਅੱਜ ਕੋਈ ਵੀ ਸਿੱਖ ਜਥੇਬੰਦੀ ਚਾਹੇ ਉਹ ਕਿਤਨੀ ਵੀ ਡਰਪੋਕ ਤੇ ਕਮਜ਼ੋਰ ਕਿਉਂ ਨਾ ਹੋਵੇ ਇਹ ਕਹਿਣ ਦੀ ਜ਼ਰੂਰਤ ਨਹੀਂ ਰੱਖਦੀ ਕਿ ਇਹ ਚੋਣਾਂ ਸਿੱਖਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਦਾ ਇੱਕ ਸਾਧਨ ਬਣ ਸਕਦੀਆਂ ਹਨ। ਪਰ ਇਹ ਜਥੇਬੰਦੀਆਂ ਸ਼ਬਦਾਂ ਦੇ ਹੇਰ-ਫੇਰ ਰਾਹੀਂ ਚੋਣਾਂ ਵਿੱਚ ਹਿੱਸਾ ਲੈਣ ਨੂੰ ਹੱਕ ਬਨਾਜ਼ਬ ਕਰਾਰ ਜ਼ਰੂਰ ਦੇ ਰਹੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਪਾਰਲੀਮਾਨੀ ਚਸਕੇ ਵਾਲੇ ਅਕਾਲੀ ਧੜੇ ਇਸ ਵਾਰ ਇਸ ਖੇਡ ਵਿੱਚੋਂ ਪਾਸੇ ਹੀ ਰਹਿਣ ਜਾ ਰਹੇ ਹਨ। ਇਸ ਦਾ ਕਾਰਨ ਉਹਨਾਂ ਦਾ ਪਿਛਲਾ ਬੇਸੁਆਦਾ ਤਜਰਬਾ, ਪੰਥ ਦੀ ਕਰੋਪੀ ਦੀ ਸੰਭਾਵਨਾ ਜਾਂ ਖਤਰੇ ਨਾਲੋਂ ਫਾਇਦਾ ਘੱਟ ਹੋਣ ਦੀ ਗਿਣਤੀ ਮਿਣਤੀ ਕੁਝ ਵੀ ਹੋ ਸਕਦਾ ਹੈ, ਪਰ ਹੈ ਇਹ ਇੱਕ ਸਿਹਤਮੰਦ ਫੈਸਲਾ। ਪਰ ਕੁਝ ਇੱਕ ਸਿਆਸੀ ਨੀਮ ਹਕੀਮ ਇਸ ਖੇਡ ਵਿੱਚ ਕੁੱਦਣ ਲਈ ਫੈਸਲਾ ਕਰਕੇ ਅੱਜ ਕੱਲ੍ਹ ਉਸ ਨੂੰ ਦਰੁਸਤ ਸਾਬਤ ਕਰਨ ਲਈ ਦਲੀਲਬਾਜ਼ੀ ਦਾ ਚੱਕਰ ਚਲਾ ਰਹੇ ਹਨ। ਸਾਨੂੰ ਉਹਨਾਂ ਦੀਆਂ ਦਲੀਲਾਂ ਬਹਿਸ ਅਧੀਨ ਲਿਆਉਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਕੌਮ ਅੰਦਰ ਭੁਲੇਖੇ ਖੜੇ ਨਾ ਕਰ ਸਕਣ। ਜਮਹੂਰੀਅਤ ਦੀ ਦਲੀਲ। ਕਈ ਕਹਿ ਰਹੇ ਹਨ ਕਿ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਜਮਹੂਰੀਅਤ ਵਿੱਚ ਵੀ ਯਕੀਨ ਰੱਖਦੇ ਹਨ। ਜੇਕਰ ਸਿੱਖ ਚੋਣਾਂ ਦਾ ਬਾਈਕਾਟ ਕਰਦੇ ਹਨ ਤਾਂ ਦੁਨੀਆ ਸਮਝੇਗੀ ਕਿ ਇਹ ਲੋਕ ਜਮਹੂਰੀਅਤ ਤੋਂ ਦੂਰ ਹਨ। ਹਾਸੋ ਹੁਣੀ ਇਸ ਦਲੀਲ ਨੂੰ ਦੇਣ ਵਾਲੇ ਜਮਹੂਰੀਅਤ ਦੇ ਅਰਥਾਂ ਦਾ ਅਨਰਥ ਕਰ ਰਹੇ ਹਨ। ਜਮਹੂਰੀਅਤ ਦਾ ਅਰਥ ਵੋਟ ਸੰਦੂਕੜੀਆਂ ਹੀ ਨਹੀਂ ਹੁੰਦਾ। ਕਿਸੇ ਵੀ ਕੌਮ ਵੱਲੋਂ ਆਪਣੀ ਹੋਣੀ ਦੇ ਆਪ ਮਾਲਕ ਬਣਨ ਦਾ ਅਧਿਕਾਰ ਸਭ ਤੋਂ ਵੱਡਾ ਜਮਹੂਰੀ ਅਧਿਕਾਰ ਹੁੰਦਾ ਹੈ। ਕਿਸੇ ਦੇਸ਼ ਦੇ ਨਾਲ ਰਹਿਣਾ ਹੈ ਜਾਂ ਉਸ ਨਾਲੋਂ ਨਾਤਾ ਤੋੜਨਾ ਹੈ, ਇਸ ਬਾਰੇ ਫੈਸਲਾ ਕਰਨਾ ਇੱਕ ਮੁੱਖ ਜਮਹੂਰੀ ਅਧਿਕਾਰ ਹੁੰਦਾ ਹੈ। ਕਿਸੇ ਦੇਸ਼ ਦੇ ਸੰਵਿਧਾਨ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਨਾਗਰਿਕ ਦਾ ਫੈਸਲਾਕੁਨ ਜਮਹੂਰੀ ਅਧਿਕਾਰ ਹੁੰਦਾ ਹੈ। ਕਿਸੇ ਚੋਣ ਵਿੱਚ ਹਿੱਸਾ ਲੈਣਾ ਜਾਂ ਨਾ ਲੈਣਾ ਹਰ ਬੰਦੇ ਦਾ ਜਮਹੂਰੀ ਅਧਿਕਾਰ ਹੁੰਦਾ ਹੈ। ਚੋਣਾਂ ਆਪਣੇ ਆਪ ਵਿੱਚ ਕੋਈ ਵੀ ਜਮਹੂਰੀ ਪ੍ਰਕਿਰਿਆ ਨਹੀਂ ਜੇਕਰ ਉਪਰੋਕਤ ਨਾਲੋਂ ਤੋੜ ਕੇ ਕੀਤੀਆਂ ਜਾਣ। ਖਾਲਿਸਤਾਨ ਲਈ ਸਹਾਈ ਹੋਣ ਦੀ ਗੱਲ। ਕਈ ਕਹਿੰਦੇ ਹਨ ਕਿ ਉਹਨਾਂ ਵੱਲੋਂ ਚੋਣਾਂ ਜਿੱਤ ਕੇ ਜੇਕਰ ਖਾਲਿਸਤਾਨ ਦਾ ਮਤਾ ਪਾਸ ਕਰ ਦਿੱਤਾ ਗਿਆ ਤਾਂ ਸਮਝੋ ਖਾਲਿਸਤਾਨ ਬਣਿਆ ਹੀ ਬਣਿਆ। ਉਹ ਕਹਿੰਦੇ ਹਨ ਕਿ ਫੇਰ ਪਤਾ ਲੱਗੇਗਾ ਦੁਨੀਆ ਨੂੰ
ਸਾਰੀ ਸਿੱਖ ਕੌਮ ਆਜ਼ਾਦੀ ਚਾਹੁੰਦੀ ਹੈ। ਇਹ ਦਲੀਲ ਦਿੰਦਿਆਂ ਪਹਿਲਾਂ ਉਹ ਇਹ ਮੰਨ ਕੇ ਚੱਲਦੇ ਹਨ ਕਿ ਹਾਲੇ ਦੁਨੀਆ ਨੂੰ ਅਸਲ ਵਿੱਚ ਯਕੀਨ ਹੀ ਨਹੀਂ ਹੋਇਆ ਕਿ ਸਾਰੇ ਸਿੱਖ ਆਜ਼ਾਦੀ ਚਾਹੁੰਦੇ ਹਨ। ਸ਼ਾਇਦ ਇਹ ਨਹੀਂ ਜਾਣਦੇ ਕਿ 100% ਫਲਸਤੀਨੀ ਇਹਨਾਂ ਦੇ ਸਾਹਮਣੇ ਹੀ ਕੈਂਪਾਂ ਵਿੱਚ ਰੁਲ ਰਹੇ ਹਨ। ਭਾਰਤ ਅੰਦਰ ਹੀ ਉੱਤਰ ਪੂਰਬੀ ਖਿੱਤੇ ਵਿੱਚ ਈਸਾਈ ਨਾਗੇ ਤੇ ਮੀਜ਼ੋ 7% ਦੁਨੀਆ ਨੂੰ 1947 ਤੋਂ ਹੀ ਦੱਸ ਚੁੱਕੇ ਹਨ ਕਿ ਉਹ ਆਜ਼ਾਦੀ ਚਾਹੁੰਦੇ ਹਨ। ਚਲੋ ਚੋਣਾਂ ਨੂੰ ਹੀ ਲੈ ਲਈਏ। ਬਰਮਾ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਪਾਰਟੀ ਚੋਣਾਂ ਜਿੱਤ ਚੁੱਕੀ ਹੈ ਉਸ ਨੂੰ ਰਾਜ ਭਾਗ ਤਾਂ ਕੀ ਦੇਣਾ, ਉਸ ਦੀ ਨੇਤਾ ਨੂੰ ਬਾਹਰ ਵਾਲੇ ਅਜੇ ਤੱਕ ਜੇਲ੍ਹ ਵਿੱਚੋਂ ਬਾਹਰ ਨਹੀਂ ਕਢਵਾ ਸਕੇ। ਨੋਬਲ ਇਨਾਮ ਪ੍ਰਾਪਤ ਇਸ ਨੇਤਾ ਨੂੰ ਸਨਮਾਨਿਤ ਕਰਨ ਲਈ 1 ਘੰਟੇ ਦੀ ਖੁੱਲ੍ਹੀ ਹਵਾ ਇਲੈਕਸ਼ਨਾਂ ਦੀ ਪ੍ਰਕਿਰਿਆ ਮੁਹੱਈਆ ਨਾ ਕਰਾ ਸਕੀ। ਦਲੀਲ ਦਿੱਤੀ ਜਾਂਦੀ ਹੈ ਕਿ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਿੱਚ ਚੁਣੀਆਂ ਹੋਈਆਂ ਅਸੈਂਬਲੀਆਂ ਨੇ ਮਤੇ ਪਾਸ ਕਰਕੇ ਹੀ ਆਜ਼ਾਦੀ ਪ੍ਰਾਪਤ ਕਰ ਲਈ ਹੈ। ਪਰੰਤੂ ਪਿਆਰਿਓ, ਉਹ ਇੰਜ ਨਹੀਂ ਹੋਇਆ ਜਿਵੇਂ ਤੁਹਾਨੂੰ ਜਾਪਿਆ ਹੈ। ਉਹ ਤਾਂ ਮੱਝ ਦੇ ਮਰ ਜਾਣ ਤੋਂ ਬਾਅਦ ਚਿੱਚੜਾਂ ਤੋਂ ਖਹਿੜਾ ਛੁੱਟਿਆ ਹੈ। ਜੇ ਸੋਵੀਅਤ ਯੂਨੀਅਨ ਤੇ ਇਸ ਦਾ ਬੁਨਿਆਦੀ ਸਿਧਾਂਤ ਮਾਰਕਸਵਾਦ ਗਰਕ ਨਾ ਹੁੰਦਾ ਤਾਂ ਇਹ ਅਸੈਂਬਲੀਆਂ ਹੋਰ 70 ਸਾਲ ਕੋਈ ਮਤਾ ਪਾਸ ਕਰਨ ਬਾਰੇ ਸੋਚਦੀਆਂ ਵੀ ਨਾ। ਮੈਦਾਨ ਖੁੱਲ੍ਹਾ ਨਹੀਂ ਛੱਡਣਾ। ਕਈ ਕਹਿੰਦੇ ਹਨ ਕਿ ਉਹ ਇਹ ਨਹੀਂ ਚਾਹੁੰਦੇ ਕਿ ਲੜਾਈ ਦਾ ਕੋਈ ਵੀ ਮੈਦਾਨ ਖੁੱਲ੍ਹਾ ਛੱਡਿਆ ਜਾਵੇ। ਇਸ ਲਈ ਜਿੱਥੇ ਉਹ ਖਾਲਿਸਤਾਨ ਲਈ ਸੰਘਰਸ਼ ਨੂੰ ਜਾਰੀ ਰੱਖਣਗੇ ਉੱਥੇ ਉਹ ਚੋਣਾਂ ਦੇ ਮੈਦਾਨ ਵਿੱਚ ਵੀ ਸਿੱਖ ਵਿਰੋਧੀਆਂ ਨੂੰ ਹਾਰ ਦੇਣਗੇ। ਇਸ ਤਰ੍ਹਾਂ ਉਹ ਦੋਹਾਂ ਮੈਦਾਨਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਚੋਣਾਂ ਵੀ ਲੜਨਗੇ। ਯੁੱਧ ਨੀਤਕ ਪੈਂਤੜੇ ਤੋਂ ਦੇਖਿਆ ਇਹ ਇੱਕ ਹੈਰਾਨੀਕਾਰਕ ਦਲੀਲ ਹੈ। ਜਦੋਂ ਅਸੀਂ ਉਸ ਮੈਦਾਨ ਨੂੰ ਵੀ ਫੈਸਲਾਕੁਨ ਮੈਦਾਨ ਮੰਨ ਬੈਠਦੇ ਹਾਂ ਜੋ ਦੁਸ਼ਮਣ ਨੇ ਸਿਰਫ ਸਾਨੂੰ ਕੈਦ ਕਰਨ ਲਈ ਬਣਾਇਆ ਹੈ, ਇਸ ਨਾਲ ਅਸੀਂ ਕੌਮ ਦੀ ਸ਼ਕਤੀ ਨੂੰ ਵਿਕੇਂਦਰਿਤ ਕਰਦੇ ਹਾਂ ਅਤੇ ਚੋਣਾਂ ਹਾਰ ਜਾਣ ਦੀ ਸੂਰਤ ਵਿੱਚ ਨਿਰਾਸ਼ਤਾ ਦੀਆਂ ਸੰਭਾਵਨਾਵਾਂ ਨੂੰ ਸੱਦਾ ਦਿੰਦੇ ਹਾਂ, ਜਿਵੇਂ ਕਿ ਪਿਛਲੀਆਂ 1999 ਪਾਰਲੀਮਾਨੀ ਚੋਣਾਂ ਵਿੱਚ ਜਿੱਤੇ ਉਮੀਦਵਾਰਾਂ ਦੀਆਂ ਖੇਹ ਖਰਾਬੀਆਂ ਤੋਂ ਹੋਇਆ। ਅਖੇ ਕੁਝ ਰਾਹਤ ਜ਼ਰੂਰ ਮਿਲੇਗੀ। ਕਈ ਇਹ ਦਲੀਲ ਦਿੰਦੇ ਹਨ ਕਿ ਜੇਕਰ ਉਹ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾ ਲੈਂਦੇ ਹਨ ਤਾਂ ਉਹ ਕਾਲੇ ਕਾਨੂੰਨ ਵਾਪਸ ਲੈ ਲੈਣਗੇ, ਜੇਲ੍ਹਾਂ ਵਿੱਚੋਂ ਸਿੰਘਾਂ ਨੂੰ ਰਿਹਾ ਕਰ ਦੇਣਗੇ ਅਤੇ ਕਈ ਹੋਰ ਖੁੱਲ੍ਹਾਂ ਤੇ ਰਾਹਤਾਂ ਦੇਣਗੇ, ਜਿਸ ਨਾਲ ਖਾਲਿਸਤਾਨ ਲਹਿਰ ਹੋਰ ਮਜ਼ਬੂਤ ਹੋਏਗੀ। ਜੇਕਰ ਅਜਿਹੀਆਂ ਸੁੱਖ ਸਹੂਲਤਾਂ ਤੇ ਖੁੱਲ੍ਹਾਂ ਖਾਲਿਸਤਾਨ ਲਹਿਰ ਦੀ ਮਜ਼ਬੂਤੀ ਲਈ ਸਹਾਈ ਹੋ ਸਕਦੀਆਂ ਹਨ ਤਾਂ ਇਹੋ ਜਿਹੀਆਂ ਸੀਮਤ ਸਹੂਲਤਾਂ ਤਾਂ 1947 ਤੋਂ 1977 ਤੱਕ 30 ਸਾਲ ਵੀ ਰਹੀਆਂ ਹਨ। ਉਦੋਂ ਖਾਲਿਸਤਾਨ ਕਿਉਂ ਨਾ ਬਣ ਗਿਆ? ਜੇਕਰ ਖੁੱਲ੍ਹਾਂ ਹੀ ਲਹਿਰ ਨੂੰ ਮਜ਼ਬੂਤ ਕਰਦੀਆਂ ਹਨ ਤਾਂ ਸਾਊਥ ਹਾਲ ਵਿੱਚ ਤਾਂ ਇਹ ਬਹੁਤ ਹਨ। ਇੱਥੇ ਲਹਿਰ ਦੀ ਮਜ਼ਬੂਤੀ ਬਾਰੇ ਉਹ ਕੀ ਸੋਚਦੇ ਹਨ? ਅਨੇਕਾਂ ਹੋਰ ਦਲੀਲਾਂ ਵੀ ਹਨ ਤੇ ਇਹਨਾਂ ਸਾਰੀਆਂ ਨੂੰ ਘੜਨ ਵਾਲੇ ਬੜੇ ਜ਼ੋਰ ਨਾਲ ਸਲਾਹ ਦਿੰਦੇ ਹਨ ਕਿ ਸਿੱਖਾਂ ਨੂੰ ਡਿਪਲੋਮੈਟਿਕ ਤਰੀਕੇ ਅਪਣਾਉਣੇ ਚਾਹੀਦੇ ਹਨ। ਡਿਪਲੋਮੈਟਿਕ ਦਾ ਅਰਥ ਉਹ ਇਹ ਲੈਂਦੇ ਹਨ ਕਿ ਸੋਚੋ ਕੁਝ ਤੇ ਕਹੋ ਕੁਝ ਹੋਰ, ਕਹੋ ਕੁਝ ਤੇ ਕਰੋ ਕੁਝ ਹੋਰ। ਇਸ ਆਧਾਰ ਤੇ ਉਹ ਇਹ ਕਹਿੰਦੇ ਹਨ ਕਿ ਭਾਰਤੀ ਸੰਵਿਧਾਨ ਦੀ ਸਹੁੰ ਖਾਣੀ ਕੋਈ ਮਾੜੀ ਗੱਲ ਨਹੀਂ, ਚਾਹੇ ਸੰਵਿਧਾਨ ਮਾੜਾ ਹੀ ਹੈ। ਚੋਣਾਂ ਜਿੱਤ ਕੇ ਇਸ ਦੇ ਵਿਰੁੱਧ ਮਤਾ ਪਾ ਦੇਵਾਂਗੇ, ਫਿਰ ਆਪੇ ਭੁੱਲਾਂ ਬਖਸ਼ ਹੋ ਜਾਣਗੀਆਂ। ਭਾਰਤੀ ਰਾਜਨੀਤੀ ਦਾ ਸਭ ਤੋਂ ਮੰਨਿਆ ਪਰਮੰਨਿਆ ਦਾਰਸ਼ਨਿਕ ਹੋਇਆ ਹੈ ਸ੍ਰੀਮਾਨ ਚਾਣਕਿਆ। ਉਸ ਦੀ ਰਾਜਨੀਤਿਕ ਫਿਲਾਸਫੀ ਸੀ ਇਹ ਤੇ ਇਸ ਨੂੰ ਬ੍ਰਾਹਮਣਵਾਦ ਕਹਿੰਦੇ ਹਨ। ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੇਕਰ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਸ ਰਾਜਨੀਤਿਕ ਸਿਧਾਂਤ ਤੇ ਅਮਲ ਕਰੋ ਅਤੇ ਜੇਕਰ ਜਟਕੀ ਨੈਤਿਕਤਾ ਹੀ ਚੁੱਕੀ ਫਿਰਨੀ ਹੈ ਤਾਂ ਜੁੱਤੀਆਂ ਖਾਂਦੇ ਰਹੋ। ਕਈ ਇਮਾਨਦਾਰ ਤੇ ਕੁਰਬਾਨੀ ਵਾਲੇ ਵੀਰ ਵੀ ਇਸ ਦਲੀਲ ਵਿੱਚ ਵਜ਼ਨ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਅਕਸਰ ਸਿਆਸਤ ਤੇ ਜੰਗ ਵਿੱਚ ਇੰਜ ਕਰਨਾ ਹੀ ਪੈਂਦਾ ਹੈ। ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਜੇਕਰ ਇਸ ਤਰ੍ਹਾਂ ਅਸੀਂ ਜਿੱਤ ਵੀ ਜਾਈਏ ਤਾਂ ਹਾਰ ਕਿਸ ਦੀ ਹੋਵੇਗੀ? ਖਾਲਸਾ ਪੰਥ ਗੁਰਮਤਿ ਦੇ ਪਸਾਰੇ ਲਈ ਰਾਜਨੀਤਿਕ ਸੱਤਾ ਦੀ ਪ੍ਰਾਪਤੀ ਚਾਹੁੰਦਾ ਹੈ। ਉਹ ਭਾਰਤੀ ਹਕੂਮਤ ਨਾਲ ਕਣਕ ਝੋਨੇ ਦੀ ਕੀਮਤ ਲਈ ਨਹੀਂ ਲੜ ਰਿਹਾ, ਉਹ ਧਰਮੀ ਕਦਰਾਂ ਕੀਮਤਾਂ ਲਈ ਲੜ ਰਿਹਾ ਹੈ। ਤੇ ਜੇਕਰ ਉਹ ਧਰਮੀ ਕਦਰਾਂ ਕੀਮਤਾਂ ਹੀ ਤਿਆਗ ਦਿੰਦਾ ਹੈ ਤੇ ਠੀਕ ਉਸੇ ਤਰ੍ਹਾਂ ਹੀ ਬ੍ਰਾਹਮਣੀ ਕਦਰਾਂ ਕੀਮਤਾਂ ਅਪਣਾ ਕੇ ਜੰਗ ਵਿੱਚ ਉਤਰਦਾ ਹੈ
ਤਾਂ ਜਿੱਤ ਹਾਰ ਦਾ ਫੈਸਲਾ ਕਿਹੜੀਆਂ ਕੀਮਤਾਂ ਉੱਪਰ ਹੋਵੇਗਾ। ਹਾਥੀ ਤੇ ਸ਼ੇਰ ਦੀ ਲੜਾਈ ਵਾਲੀ ਗੱਲ ਹੋਵੇਗੀ। ਜਦ ਸ਼ੇਰ ਨੇ ਸੋਚਿਆ ਸੀ ਕਿ ਹਾਥੀ ਨੂੰ ਹਰਾਉਣ ਲਈ ਉਸ ਨੂੰ ਉੱਚੇ ਕੱਦ ਦੀ ਲੋੜ ਹੈ, ਤਾਂ ਉਸ ਨੇ ਘੋੜੇ ਦਾ ਤਰਲਾ ਮਾਰਿਆ ਕਿ ਮੈਂ ਤੇਰੇ ਉੱਪਰ ਚੜ੍ਹ ਕੇ ਹਾਥੀ ਨਾਲ ਲੜਨਾ ਚਾਹੁੰਦਾ ਹਾਂ। ਜਦ ਉਹ ਘੋੜੇ ਉੱਪਰ ਚੜ੍ਹ ਕੇ ਹਾਥੀ ਦੇ ਸਾਹਮਣੇ ਗਿਆ ਤਾਂ ਹਾਥੀ ਉਸ ਉੱਪਰ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਹੁਣ ਤੇਰਾ ਲੜਨ ਦਾ ਕੋਈ ਫਾਇਦਾ ਨਹੀਂ, ਤੂੰ ਆਪਣੇ ਆਪ ਤੇ ਲੜ ਚੁੱਕਣ ਦਾ ਵਿਸ਼ਵਾਸ ਗਵਾ ਚੁੱਕਾ ਹੈ, ਤਾਈਓ ਕਿਸੇ ਹੋਰ ਦੀ ਸਵਾਰੀ ਕਰ ਆਇਆ ਹੈ। ਹੁਣ ਤੂੰ ਜਿੱਤਿਆ ਹਾਰਿਆ ਇੱਕ ਬਰਾਬਰ ਹੀ ਹੈ। ਸੋ ਜੇਕਰ ਅਸੀਂ ਚੋਣਾਂ ਨੂੰ ਬ੍ਰਾਹਮਣਵਾਦੀ ਅਨੈਤਿਕ ਮਿਆਰਾਂ ਅਨੁਸਾਰ ਵਰਤਣ ਦੀ ਦਲੀਲ ਦਾ ਸਹਾਰਾ ਲੈਂਦੇ ਹਾਂ ਤਾਂ ਸਮਝੋ ਕਿ ਸਿੱਖੀ ਸਿਧਾਂਤਾਂ ਤੇ ਉੱਚੇ ਮਿਆਰਾਂ ਦੀ ਕਦਰ ਨਹੀਂ ਪਾ ਰਹੇ ਤੇ ਇੰਜ ਕਰਦਿਆਂ ਧਰਮੀ ਜੰਗ ਵਿੱਚ ਹਾਰ ਕਬੂਲ ਕਰ ਲੈਂਦੇ ਹਾਂ। ਫਿਰ ਸਾਡੀ ਚੋਣ ਜਿੱਤਣ ਜਾਂ ਹਾਰਨ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਲਈ ਇਹ ਜ਼ਰੂਰੀ ਹੈ ਕਿ ਚੋਣ ਲੜਨ ਲਈ ਆਪਣੀ ਅੰਤਰ ਆਤਮਾ ਦੁਆਰਾ ਇਹ ਸਹੁੰ ਖਾਣੀ ਜ਼ਰੂਰੀ ਹੁੰਦੀ ਹੈ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਪੂਰਨ ਰੂਪ ਵਿੱਚ ਮੰਨਦੇ ਹਾਂ ਤੇ ਇਸ ਦੇ ਪਾਬੰਦ ਰਹਾਂਗੇ। ਇਸ ਤੋਂ ਬਾਅਦ ਚੋਣਾਂ ਜਿੱਤ ਕੇ ਅਸੈਂਬਲੀ ਵਿੱਚ ਬੈਠਦਿਆਂ ਫਿਰ ਸਹੁੰ ਖਾਣੀ ਹੁੰਦੀ ਹੈ ਕਿ ਅਸੀਂ ਭਾਰਤੀ ਸੰਵਿਧਾਨ ਦੀ ਰਾਖੀ ਕਰਾਂਗੇ। ਇਸ ਲਈ ਜੇਕਰ ਝੂਠੀ ਸਹੁੰ ਖਾਣ ਜਾਂ ਸਹੁੰ ਖਾ ਕੇ ਮੁੱਕਰ ਜਾਣ ਦੀ ਪਿਰਤ ਨੂੰ ਖਾਲਸਾ ਪੰਥ ਮਨਜ਼ੂਰੀ ਦਿੰਦਾ ਹੈ ਤਾਂ ਉਹ ਬ੍ਰਾਹਮਣਵਾਦ ਵਿਰੁੱਧ ਕਿਸੇ ਟਿੱਪਣੀ ਦਾ ਹੱਕਦਾਰ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਤੁਸੀਂ ਜਿੱਤੋਂ ਵੀ ਵੱਖਰਾ ਰਾਜ ਬਣਾ ਵੀ ਲਵੋ, ਫਿਰ ਵੀ ਉਹ ਬ੍ਰਾਹਮਣੀ ਸਮਾਜ ਤੋਂ ਵੱਖਰੀ ਕੋਈ ਚੀਜ਼ ਲੋਕਾਂ ਨੂੰ ਨਹੀਂ ਦੇ ਸਕਦਾ। ਖਾਲਿਸਤਾਨ ਬਣਨ ਤੋਂ ਪਹਿਲਾਂ ਹੀ ਨੈਤਿਕਤਾ ਦੇ ਆਧਾਰ ਤੇ ਅਜਿਹੀ ਕਾਰਵਾਈ ਕਰਕੇ ਅਸੀਂ ਆਪਣੀ ਹਾਰ ਤਸਲੀਮ ਕਰ ਚੁੱਕੇ ਹੋਵਾਂਗੇ। ਇਸ ਲਈ ਆਓ ਆਪਣੀ ਲੜਾਈ ਨੂੰ ਆਪਣੇ ਧਰਮ ਦੇ ਉੱਚੇ ਸੁੱਚੇ ਮਿਆਰਾਂ ਤਹਿਤ ਹੀ ਸਫਲਤਾ ਤੱਕ ਖੜੀਏ। ਰਹੀ ਗੱਲ ਉਹਨਾਂ ਦੀ ਜੋ ਕਹਿੰਦੇ ਹਨ ਕਿ ਅਸੀਂ ਆਪ ਚੋਣਾਂ ਨਹੀਂ ਲੜਾਂਗੇ ਪਰ ਉਹਨਾਂ ਨੂੰ ਜ਼ਰੂਰ ਲੜਾਵਾਂਗੇ, ਇਹ ਇੱਕ ਹਾਸੋਹੀਣੀ ਧਾਰਨਾ ਹੈ। ਜੇ ਚੋਣਾਂ ਲੜਨੀਆਂ ਠੀਕ ਹਨ ਤਾਂ ਉਹ ਆਪ ਕਿਉਂ ਨਹੀਂ ਲੜਦੇ, ਤੇ ਜੇਕਰ ਗਲਤ ਹਨ ਤਾਂ ਉਹਨਾਂ ਨੂੰ ਗਲਤ ਕੰਮ ਕਰਨ ਲਈ ਕਿਉਂ ਪ੍ਰੇਰਦੇ ਹਨ। ਗੁੱਸੇ ਹੋਵੋ ਜਾਂ ਰਾਜ਼ੀ, ਅਟਕਲ ਪੱਚੂ ਮਾੜੇ ਹੁੰਦੇ ਹਨ। ਜੋ ਵੀ ਸੋਚਦੇ ਹੋ ਸਪਸ਼ਟ ਤੌਰ ਤੇ ਬਿਆਨ ਕਰੋ, ਜੋ ਵੀ ਬੋਲਦੇ ਹੋ ਸਿਰਫ ਉਸ ਮੁਤਾਬਕ ਹੀ ਆਪ ਕੰਮ ਕਰੋ। ਇਸੇ ਵਿੱਚ ਸਾਡਾ ਸਭ ਦਾ ਭਲਾ ਹੈ, ਸਰਬੱਤ ਦਾ ਭਲਾ ਹੈ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 7ਵਾਂ, ਜਸਵੰਤ ਸਿੰਘ ਖਾਲੜਾ ਦੀ ਬੌਧਿਕ ਪ੍ਰਤਿਭਾ ਦੀਆਂ ਝਲਕਾਂ, ਭਾਗ ਪਹਿਲਾ ਅਤੇ ਦੂਜਾ। ਪੂਰੀ ਕਿਤਾਬ ਸੁਣਨ ਵਾਸਤੇ ਗੁਰਜੰਟ ਸਿੰਘ ਰੂਪੋਵਾਲੀ YouTube ਚੈਨਲ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।